चौपई मस्तक टेक उपायन दीनी, खुशी तीनों प्रत सतगुर कीनी। कयो सिखणिए सुनो भविख, तोव सुत होवेगो गुर सिख। वाहिगुरु जी का खालसा, वाहिगुरु जी की फतेह। जुगा जुग अटल शब्द गुरु बाणी के बोहित चवर तखत मालिक, दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सत संगी जनों, वड्डे भाग हन अपने सबना दे जिन्हां ते सतगुरां जी ने किरपा करके सत संगत करन दा सुभागा समा बख्शिया है। सतगुरां जी दी अमृतमई बाणी दे कीर्तन, गुरु घर दे कीर्तनियां दी रसना द्वारा सरवण कीते हन। हुण समा बनया है सतगुरु गुरु गोबिंद सिंह महाराज जी दे पवित्र पावन जीवन की कथा दा। सतगुरु जी श्री आनंदपुर साहिब की धरती ते विराजमान हन। सिखां वालों कोई शंके की बेनती की जाती है, सतगुरु जी ओदी निवृत्ति करते हैं। गुरु पातशाह जी ने सारियां जुगतियां बारीकी दे नाल समझाइयां कि भाई जिथे बाणी नूं पढ़ना है, अमृत छकना है, उथे सिख दे लई रहत दे विच परपक्क रहना भी जरूरी है। रहत है, बाणी है, अमृत है, तो सिख मुक्त है। मुक्ति नामा सतगुरां जी ने नाम दिता। एक दिन सतगुरां जी दे हजूर एक सिख ने आके बेनती की कि पातशाह मेरी भाणजी है, वो होर तरह दी गल्लां करदी कि मैं हुण सिक्खी त्याग देनी है। बड़ी कोशिश की समझाउण दी, पर कोई गल बनी नहीं। सतगुरु जी कहते भाई वो किते गई होनी जा किसे नाल जांदी होनी, तो सिख दादा जी हाँ साडे परिवार च मेरी चाची लगदी, वो जांदी है पीर दी थां ते किते लै गई होनी। साहब जी कहते फिर उत्थे उन्हें चबीणी भी लई होनी पीर दी, जिदे करके असर हो गया। कोई गल नहीं, 40 दिन केसी स्नान करके जपजी साहिब का पाठ करो तो अपने आप ही प्रभाव जिहड़ा वो खत्म हो जाएगा। जदों गुरु पातशाह जी गए, जमन खेड़ा पिंड है, इत्थे सारे सतगुरां जी का शुकराना करने वास्ते अगे तो मिले। सतगुरु जी कहते भाई वहम नहीं करता, ये अपवित्र नहीं है, अपवित्र होया करदा शरीर अंग दे नाल अंग लग के, बाकी तेरा भला हो जाएगा। इतों कथा की रंभता होंदी है। आओ रसना ते मुख नूं करिए पवित्र। बोलो जी सतनाम श्री वाहिगुरु साहिब जी। सतनाम श्री वाहिगुरु साहिब जी। चौपई मस्त
ਮਸਤਕ ਟੇਕਿਓ ਪਾਇਨ ਦੀਨੀ। ਸਤਿਗੁਰਾਂ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ, ਭੇਟਾਵਾਂ ਅਰਪਣ ਕਰਦੇ ਹਨ। ਖੁਸ਼ੀ ਤਿਨੋ ਪ੍ਰਤ ਸਤਿਗੁਰ ਕੀਨੀ। ਸਤਿਗੁਰਾਂ ਜੀ ਨੇ ਸਭ ਨੂੰ ਖੁਸ਼ੀਆਂ ਬਖਸ਼ਣਾ ਕੀਤੀਆਂ ਨੇ। ਕਯੋ ਸਿੱਖਣੀਏ ਸੁਨੋ ਭਵਿੱਖ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਧਿਆਨ ਦੇ ਨਾਲ ਸੁਣੋ। ਤੋ ਸੁਤ ਹੋਵੇ ਗੋ ਗੁਰ ਸਿੱਖ। ਤੁਸੀਂ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਕਰਨਾ। ਤੇਰੀਆਂ ਆਉਣ ਵਾਲੀਆਂ ਪੂਲਾਂ, ਤੇਰੇ ਘਰੇ ਜਿਹੜਾ ਪੁੱਤਰ ਜਨਮੇਗਾ ਨਾ, ਉਹ ਜਨਮ ਤੋਂ ਸਿੱਖ ਹੋਊਗਾ। ਵਹਿਮ ਨਹੀਂ ਕਰਨਾ, ਤੁਹਾਡੇ ਘਰੇ ਤੇਰਾ ਪੁੱਤਰ ਸਿੱਖ ਹੋਵੇਗਾ। ਜਨਮ ਸਪਤਮੋ ਤੋ ਜਬ ਹੋਏ। ਇਸ ਤਰ੍ਹਾਂ ਚਲਦਿਆਂ 7ਵੇਂ ਜਨਮ ਦੇ ਵਿੱਚ ਸੰਗਤ ਸਿੰਘ ਕੀ ਬਨੈ ਜੋਏ। ਇਸ ਵਕਤ ਤੇਰੇ ਪਤੀ ਦਾ ਨਾਮ ਭਾਈ ਸੰਗਤ ਸਿੰਘ ਹੋਵੇਗਾ। ਤਬ ਉਦਾਰ ਤੇਰੋ ਹੋਏ ਜਾਏ। ਤੇਰਾ ਵੀ ਉਧਾਰ ਹੋ ਜਾਏਗਾ, ਜਨਮ ਮਰਨ ਕੱਟਿਆ ਜਾਵੇਗਾ। ਕਰਨ ਸੇਵਕੋ ਤਬ ਫਲ ਪਾਏ। ਕੀਤੀ ਹੋਈ ਸੇਵਾ ਦਾ ਜਿਹੜਾ ਫਲ ਹੈ ਉਹ ਭਾਈ ਆਲਾ ਨਹੀਂ ਜਾਂਦਾ, ਫਲ ਨਾਲ ਦੀ ਨਾਲ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਫਲ ਹੈ ਇਹ, ਮਨ ਲਾ ਕੇ ਕਰੇ। ਭਾਈ ਤੇਰਾ ਵੀ ਜਨਮ ਮਨ ਕੱਟਿਆ ਜਾਵੇਗਾ, ਸੇਵਾ ਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਹੈ। ਇਮੰਬਰ ਦੇ ਕਰ ਹਿਆ ਅਰੋਹੇ। ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਕੇ ਘੋੜੇ ਤੇ ਅਸਵਾਰ ਹੋਏ ਨੇ। ਡੇਰੇ ਵਿਖੇ ਆਨ ਕਰ ਸੋਏ। ਆਪਣੇ ਡੇਰੇ ਵਿੱਚ ਸਤਿਗੁਰੂ ਜੀ ਆਰਾਮ ਕਰਦੇ ਹਨ। ਇੱਕ ਦਿਨ ਸਤਿਗੁਰ ਕੇਰ ਹਜ਼ੂਰ। ਇੱਕ ਦਿਨ ਸਤਿਗੁਰਾਂ ਜੀ ਦੇ ਹਜ਼ੂਰ ਰਾਗੀ ਕਰਤ ਕੀਰਤਨ ਰੂਰ। ਰਾਗੀ ਸਿੰਘ ਜਿਹੜੇ ਕੀਰਤਨ ਕਰ ਰਹੇ ਹਨ। ਜਿਸ ਤੇ ਬਹੁ ਬੈਰਾਗ ਉਪਾਵਤ। ਗੁਰਬਾਣੀ ਦਾ ਕੀਰਤਨ ਜੋ ਮਨ ਦੇ ਵਿੱਚ ਬੈਰਾਗ ਪੈਦਾ ਕਰਦਾ ਹੈ। ਗੋਪੀ ਚੰਦ ਵਾਰ ਕੋ ਗਾਵਤ। ਕਿਤੇ ਗੋਪੀ ਚੰਦ ਦੀ ਵਾਰ ਗਾਉਣਾ ਕੀਤੀ। ਸੁਨੇ ਖਾਲਸਾ ਕਰ ਕਰ ਪ੍ਰੀਤ। ਖਾਲਸਾ ਜਿਹੜਾ ਪ੍ਰੇਮ ਦੇ ਨਾਲ ਸੰਗਤ ਸੁਣ ਰਹੀ ਹੈ। ਖੁਸ਼ੀ ਵਿਸਾਲ ਧਾਰ ਤੇ ਚੀਤ। ਬੜਾ ਖੁਸ਼ ਹੈ ਸਾਰਿਆਂ ਦਾ ਚਿੱਤ ਮਨ। ਸਮੇਂ ਪ੍ਰਾਤ ਕੇ ਮਨ ਟਿਕ ਗਏ। ਸਾਰਿਆਂ ਦਾ ਮਨ ਟਿਕਿਆ ਹੋਇਆ ਹੈ। ਸੁਨ ਸੁਨ ਪ੍ਰੇਮ ਸਭਨ ਕੇ ਪਏ। ਪ੍ਰੇਮ ਬਣਿਆ ਸਭ ਦੇ ਅੰਦਰ। ਸ਼ਬਦ ਸਾਜ ਅਰ ਕੰਠ ਮਿਲੇ ਐ। ਜਦੋਂ ਸੁਰ ਤੇ ਕੰਠ ਦੋਵੇਂ ਮਿਲੇ ਹੋਏ ਹੋਣ। ਬਸਿਓ ਰਾਗ ਜੁਤ ਤਾਲ ਪਲੇ ਐ। ਰਾਗ ਦੇ ਵਿੱਚ ਤੇ ਤਾਲ ਦੇ ਵਿੱਚ ਸ਼ਬਦ ਗਾਇਆ ਜਾ ਰਿਹਾ ਹੈ। ਜਬੇ ਭੋਗ ਪਾਇਓ ਕਰ ਨਮੋ। ਜਦੋਂ ਭੋਗ ਪਾਇਆ ਸਮਾਪਤੀ ਹੋਈ। ਦੇਖੋ ਸਾਰੇ ਸਿੱਖਾਂ ਨੂੰ ਗੁਰੂ ਜੀ ਕਹਿੰਦੇ ਵੀ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਭ ਨੂੰ ਕਿਹਾ ਵੀ ਬਾਣੀ ਗਾਓ। ਤੇ ਫੇਰ ਵੀ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕੋਲ ਰੱਖਿਆ ਵੀ ਤੂੰ ਗਾਇਆ ਕਰ। ਰਜਾਦਾ ਸਜਾਦਾ ਭਾਈ ਸੱਤਾ ਭਾਈ ਬਲਵੰਡ ਰਾਏ, ਉਹਨਾਂ ਨੂੰ ਸੇਵਾ ਬਖਸ਼ੀ ਹੋਈ ਸਤਿਗੁਰਾਂ ਜੀ ਨੇ ਕਿ ਤੁਸੀਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕਰਨਾ। ਹੁਣ ਰਾਗੀ ਸਿੰਘ ਰਬਾਬੀ ਸਿੰਘ ਸਿੱਖਾਂ ਦੇ ਰੱਖਣ ਦਾ ਭਾਵ ਇੱਕੋ ਹੀ ਹੈ ਕਿ ਉਹਨਾਂ ਦੇ ਕੋਲ ਸੁਰਤਾਲ ਹੈ। ਆਪਾਂ ਸਾਰੇ ਸੁਰਤਾਲ ਦੇ ਵਿੱਚ ਨਹੀਂ ਗਾ ਸਕਦੇ। ਗਾ ਤਾਂ ਆਪਾਂ ਲਵਾਂਗੇ, ਗਾ ਤੇ ਹਰੇਕ ਲੈਂਦਾ, ਹਰ ਇੱਕ ਹੀ ਗਾ ਲੈਂਦਾ, ਪਰ ਸੁਰਤਾਲ ਵਿੱਚ ਨਹੀਂ। ਤੇ ਸੁਰਤਾਲ ਵਿੱਚ ਨਾ ਗਾਈਏ ਤੇ ਫਿਰ ਰਸ ਨਹੀਂ ਬਣਦਾ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਇਹ ਅੰਗ ਪ੍ਰਚਾਰ ਦੇ ਜਿਹੜੇ ਨੇ ਉਹ ਆਪ ਦਿੱਤੇ। ਪਹਿਲੇ ਕੀਰਤਨੀਆ, ਫਿਰ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਭਾਈ ਨੱਥਾ, ਭਾਈ ਅਬਦੁੱਲਾ, ਫਿਰ ਉਹਨਾਂ ਨੂੰ ਸਤਿਗੁਰਾਂ ਜੀ ਨੇ ਢਾਡੀਆਂ ਦਾ ਕੰਮ ਦਿੱਤਾ ਵੀ ਹੁਣ ਢਾਡੀਆਂ ਦੀਆਂ ਵਾਰਾਂ ਗਾਉਣੀਆਂ। ਹੁਣ ਗੁਰੂ ਕੇ ਦਰਬਾਰ ਦੇ ਵਿੱਚ ਬਾਬਾ ਬੁੱਢਾ ਜੀ ਨੂੰ
ਗ੍ਰੰਥੀ ਸਿੰਘ ਦਾ ਕੰਮ ਦਿੱਤਾ, ਭਾਈ ਗੁਰਦਾਸ ਜੀ ਨੂੰ ਕਥਾ ਕਰਨ ਦਾ ਕੰਮ ਦਿੱਤਾ, ਰਾਗੀਆਂ ਨੂੰ ਰਾਗਾਂ ਦਾ ਰਾਗ ਗਾਉਣ ਦਾ ਕੰਮ ਕੀਤਾ, ਢਾਡੀਆਂ ਨੂੰ ਢਾਡੀਆਂ ਦਾ ਦਿੱਤਾ। ਫਿਰ ਸਮਾਂ ਆ ਗਿਆ ਕਲਗੀਧਰ ਪਾਤਸ਼ਾਹ ਜੀ ਦਾ। ਫਿਰ ਪਾਤਸ਼ਾਹ ਜੀ ਨੇ ਕਵੀ ਵੀ ਰੱਖ ਲਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਅੰਗ ਨੇ। ਹੁਣ ਇੱਕ ਬੰਦਾ ਵੀ ਸਾਰਾ ਹੀ ਕੰਮ ਕਰੀ ਜਾਂਦਾ, ਕਹਿੰਦਾ ਮੈਂ ਗ੍ਰੰਥੀ ਦਾ ਵੀ ਕਰ ਦਾਂਗਾ, ਕੀਰਤਨ ਵੀ ਕਰ ਦਾਂਗਾ, ਕਵਿਤਾ ਵੀ ਸੁਣਾ ਦੂੰ, ਢਾਡੀ ਵਾਰ ਵੀ ਸੁਣਾ ਦੂੰ, ਇਹ ਸਾਰੇ ਕੰਮ ਕਰ ਦਾਂਗਾ। ਪਰ ਗੁਰੂ ਜੀ ਨੇ ਸਭ ਨੂੰ ਵੱਖਰੇ ਵੱਖਰੇ ਕੰਮ ਦਿੱਤੇ ਕਿ ਆਪਣੇ ਕੰਮ ਦੇ ਵਿੱਚ ਬੰਦਾ ਪਰਫੈਕਟ ਹੋਣਾ ਚਾਹੀਦਾ, ਐਕਸਪਰਟ ਹੋਣਾ ਚਾਹੀਦਾ ਜਿਹੜਾ ਵੀ ਕਰਦਾ। ਨਹੀਂ ਤਾਂ ਫਿਰ ਥੋੜਾ ਜਿਹਾ ਇੱਧਰਲਾ ਥੋੜਾ ਜਿਹਾ ਉੱਧਰਲਾ, ਨਾ ਆਪਣੇ ਆਪ ਨੂੰ ਕੋਈ ਸਵਾਦ ਆਵੇ ਗਾਉਣ ਕਰਨ ਦਾ, ਨਾ ਦੂਏ ਨੂੰ ਆਉਣਾ ਕੀ। ਸੋ ਕੰਠ ਸੁਰ ਸੁਰ ਤਾਲ ਮਿਠਾਸ ਗਲੇ ਦੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਕੱਠੀਆਂ ਹੋ ਕੇ ਰਸ ਬਣਾਉਂਦੀਆਂ ਨੇ। ਕਾਰਨ ਕੰਨਾਂ ਦਾ ਸੁਣਨ ਦਾ ਰਸ। ਸੋ ਇਹ ਅੰਗ ਨੇ। ਹੁਣ ਜਦੋਂ ਆਪਣੇ ਪ੍ਰੇਮ ਦੇ ਨਾਲ ਲਗਨ ਦੇ ਨਾਲ ਜਿਨ੍ਹਾਂ ਨੇ ਕੁਝ ਸਿੱਖਿਆ ਗਾਇਆ, ਸੁਭਾਵਿਕ ਹੈ ਸੰਗਤ ਨੂੰ ਰਸ ਆਉਣਾ ਹੀ ਆਉਣਾ ਬਈ। ਤੋ ਸਾਰੇ ਝੂਲਦੇ, ਸਾਰੇ ਆਨੰਦ ਮਾਣਦੇ ਹਨ। ਜਬੇ ਭੋਗ ਪਾਇਓ ਕਰ ਨਮੋ। ਜਦੋਂ ਭੋਗ ਪਿਆ ਸਮਾਪਤੀ ਹੁੰਦੀ, ਜਦੋਂ ਨਾਨਕ ਸ਼ਬਦ ਆਉਂਦਾ, ਆਪਾਂ ਪੜ੍ਹਦੇ ਆਂ ਬਈ ਜਿਨੀ ਨਾਮ ਧਿਆਇਆ ਗੇ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦੋਵੇਂ ਹੱਥ ਜੋੜ ਕੇ ਫਿਰ ਸਿਰ ਨਵਾਉਣਾ। ਜਿੱਥੇ ਸ਼ਬਦ ਦੀ ਸਮਾਪਤੀ ਹੈ, ਜਿੱਥੇ ਸ਼ਬਦ ਦਾ ਭੋਗ ਹੈ, ਤੋ ਸਾਰਿਆਂ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਸਮਾਪਤੀ ਤੇ। ਸਿੱਖ ਇਕਾਂਗੀ ਸੁਨ ਤੈ ਸਮੋ। ਇੱਕ ਸਿੱਖ ਬੈਠਿਆ, ਇਕੱਲਾ ਹੀ ਸੁਣ ਰਿਹਾ ਸੀ। ਹਿਰਦੈ ਪ੍ਰਤੀਤ ਨ ਬਿਨ ਗੁਰਬਾਣੀ। ਤੇ ਉਹਦਾ ਭਰੋਸਾ ਸਿਰਫ ਕੱਲਾ ਸਤਿਗੁਰਾਂ ਜੀ ਤੇ ਬਾਣੀ ਤੇ ਹੈ। ਉਹ ਹੋਰ ਪਾਸੇ ਧਿਆਨ ਨਹੀਂ ਜਾਣ ਦਿੰਦਾ ਤੇ ਉਹਨੂੰ ਚੰਗਾ ਨਹੀਂ ਲੱਗਦਾ ਵੀ ਕੋਈ ਹੋਰ ਗੱਲ ਕਰੇ। ਨਹੀਂ, ਸਿਰਫ ਬਾਣੀ ਦਾ ਕੀਰਤਨ। ਇਹ ਸਿੱਖ ਕੱਲਾ ਬੈਠਿਆ ਸੁਣਦਾ ਰਿਹਾ ਤੇ ਇਹਦੀ ਗੱਲ ਨਹੀਂ ਬਣੀ, ਕਿਉਂਕਿ ਮਨ ਦੀ ਸਹਿਮਤੀ ਨਹੀਂ ਬਣੀ। ਇਹਦਾ ਮਨ ਉਹ ਝਾਟ ਹੀ ਰਿਹਾ ਵੀ ਇਹ ਕੀ ਕਰਦੇ ਨੇ ਬਈ, ਐ ਨਹੀਂ ਕਰਨਾ ਚਾਹੀਦਾ। ਇਹ ਆ ਕੱਲਾ ਸਿੱਖ। ਸੁਨੇ ਪਟੇ ਨੇ ਅਪਰ ਬਖਾਨੀ। ਉਹਨੇ ਫਿਰ ਕਹਿ ਦਿੱਤੀ ਆਪਣੀ ਗੱਲ, ਕਿਉਂਕਿ ਹਰ ਇੱਕ ਸਿੱਖ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਕੋਈ ਵੀ ਸਿੱਖ ਆਪਣੀ ਗੱਲ ਦੱਸੋ। ਤੇ ਉਹਨੇ ਆਪਣਾ ਜੋ ਸ਼ੰਕਾ ਹੈ ਉਹ ਦੱਸਿਆ ਸਤਿਗੁਰਾਂ ਜੀ ਨੂੰ। ਸੋ ਉੱਠ ਕੇ ਕਰ ਜੋਰ ਉਚੇਰੇ। ਉਹਨੇ ਦੋਵੇਂ ਹੱਥ ਜੋੜੇ ਗੁਰੂ ਪਾਤਸ਼ਾਹ ਜੀ ਦੇ ਅੱਗੇ। ਬੋਲਿਓ ਕਰੁਣਾ ਸਿੰਧ ਅਗੇਰੇ। ਜੋ ਸਤਿਗੁਰੂ ਜੀ ਕਿਰਪਾ ਦੇ ਸਮੁੰਦਰ ਨੇ, ਐਸੇ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ। ਸੁਨੀਏ ਪ੍ਰਭ ਜੀ ਮੋਰ ਪੁਕਾਰ। ਕਹਿੰਦੇ ਮਹਾਰਾਜ ਵੀ ਮੇਰੀ ਇੱਕ ਬੇਨਤੀ ਹੈ, ਮੇਰੇ ਅੰਦਰ ਦੀ ਹੂਕ ਹੈ, ਪੁਕਾਰ ਹੈ। ਰਾਗੀ ਗਏ ਸਿਦਕ ਕੋ ਹਾਰ। ਅੱਛਾ ਜੀ, ਅੱਜ ਰਾਗੀਆਂ ਨੇ ਜਿਹੜਾ ਗਾਇਆ ਹੈ ਨਾ, ਉੱਥੇ ਮੇਰੀ ਸਹਿਮਤੀ ਨਹੀਂ ਬਣੀ। ਮੇਰੀ ਆਵਾਜ਼ ਹੈ ਜਿਵੇਂ ਭਰੋਸਾ ਹੀ ਨਹੀਂ ਰਿਹਾ ਇਹਨਾਂ ਦਾ। ਤਜ ਸਤ ਗੁਰਬਾਣੀ ਇਸ ਬੇਰਾ। ਆਪ ਜੀ ਦੀ ਬਾਣੀ ਹੈ ਰਚੀ ਹੋਈ, ਉਹ ਬਾਣੀ ਨੂੰ ਛੱਡ ਕੇ ਗਾਇਓ ਗੋਪੀ ਚੰਦ ਕੁਚੇਰਾ। ਇਹਨਾਂ ਨੇ ਸਵੇਰੇ ਸਵੇਰੇ ਗੋਪੀ ਚੰਦ ਸ਼ੁਰੂ ਕਰ ਲਿਆ। ਬਾਣੀ ਛੱਡ ਕੇ ਗੋਪੀ ਚੰਦ ਨੂੰ ਫੜ ਲਿਆ। ਅੰਮ੍ਰਿਤ ਵੇਲੇ ਉੱਠ ਤੇ ਆਰੰਭਾ। ਅੰਮ੍ਰਿਤ ਵੇਲੇ ਉੱਠ ਕੇ ਸ਼ੁਰੂ ਕਰ ਲਿਆ ਇਹਨਾਂ ਨੇ। ਸੁਨ ਮੇਰੇ ਮਨ ਪਇਓ ਅਚੰਬਾ। ਮੈਂ ਬੜਾ ਹੈਰਾਨ ਹੋਇਆ ਜਦੋਂ ਮੈਂ ਸੁਣਿਆ ਗੁਰੂ ਸ਼ਬਦ ਬਿਨ ਬਾਣੀ ਕਾਚੀ। ਕਿਉਂਕਿ ਸ਼ਬਦ ਤੋਂ ਬਿਨਾ, ਗੁਰੂ ਦੀ ਬਾਣੀ ਤੋਂ ਬਿਨਾ ਹੋਰ ਸਭ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਆਪ ਜੀ ਦਾ ਫਰਮਾਨ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਨੇ।
ਕਿ ਗੁਰੂ ਦੀ ਬਾਣੀ ਤੋਂ ਬਿਨਾ ਹੋਰ ਬਾਣੀ ਕੱਚੀ ਹੈ। ਸ਼੍ਰੀ ਗ੍ਰੰਥ ਮੈਂ ਏਵ ਉਬਾਚੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਅੰਦਰ ਇਹ ਬਚਨ ਦਰਜ ਹਨ। ਜਾਨ ਬੂਝੇ ਤਿਆਗਨ ਠਾਨੀ। ਇਹ ਮਹਾਰਾਜ ਇਹਨਾਂ ਨੂੰ ਕਿਹੜੇ ਨਹੀਂ ਪਤਾ, ਜਾਣ ਬੁੱਝ ਕੇ ਛੱਡਿਆ ਨਾ ਇਹਨਾਂ ਨੇ ਇਹ ਬਾਣੀ ਵਾਲਾ ਪਾਸਾ। ਵੇਲਾ ਕੀਰਤਨ ਕੇ ਗੁਰਬਾਣੀ। ਜਦੋਂ ਸਮੇਂ ਸਤਿਗੁਰਾਂ ਜੀ ਦੀ ਬਾਣੀ ਦੇ ਕੀਰਤਨ ਕਰਨ ਦਾ, ਜੋ ਦਰਬਾਰ ਦੀ ਮਰਿਆਦਾ ਬਣੀ ਹੋਈ ਸਮਾਂ ਹੈ ਨਾ ਜੀ, ਤੇ ਉਸੇ ਮਰਿਆਦਾ ਦੇ ਵਿੱਚ ਕੀਰਤਨ ਕਰਨਾ ਪੈਂਦਾ। ਬੰਤ ਦੀ ਮਰਿਆਦਾ ਵੀ ਘੱਟ ਤੋਂ ਘੱਟ ਰਾਗ ਦਾ ਇੱਕ ਸ਼ਬਦ ਜਿਹੜਾ ਉਹ ਜ਼ਰੂਰ ਪਹਿਲਾਂ ਪੜ੍ਹਿਆ ਜਾਵੇ। ਰਾਗ ਦੀ ਹਾਜ਼ਰੀ ਜ਼ਰੂਰੀ, ਇਹ ਪੰਥ ਦੀ ਮਰਿਆਦਾ। ਬਾਅਦ ਦੇ ਵਿੱਚ ਜਿਵੇਂ ਮਰਜ਼ੀ ਕੋਈ ਕੀਰਤਨ ਕਰੇ, ਪਰ ਜਿਹੜੇ ਰਾਗ ਦਾ ਸਮਾਂ ਉਹ ਰਾਗ ਦੇ ਵਿੱਚ ਇੱਕ ਸ਼ਬਦ ਦੀ ਹਾਜ਼ਰੀ, ਰਾਗ ਦੀ ਜ਼ਰੂਰ। ਸਾਰਾ ਕੀਰਤਨ ਨਹੀਂ ਕੀਤਾ ਜਾਂਦਾ, ਕੋਈ ਗੱਲ ਨਹੀਂ, ਇਹ ਪੰਥ ਦੀ ਮਰਿਆਦਾ ਹੈ। ਸੋ ਸਾਰੇ ਜਿਹੜੇ ਸਿਆਣੇ ਰਾਗੀ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ, ਕਿਉਂਕਿ ਗੱਲਾਂ ਸਾਰੀਆਂ ਸਿਖਾਈਆਂ ਜਾਂਦੀਆਂ ਸਿੱਖਣ ਵੇਲੇ। ਸੋ ਬਾਣੀ ਗਾਉਣ ਦਾ ਸਮਾਂ ਤੇ ਛੱਡ ਦਿੱਤਾ ਏਸਨ ਇਹਨਾਂ ਨੇ। ਕਿਉਂ ਇਸ ਸਮੇਂ ਗਾਨ ਕੀਏ ਆਨਾ। ਮਹਾਰਾਜ ਮੈਂ ਇਹੀ ਜਾਣਨਾ ਚਾਹੁੰਦਾ ਹਾਂ ਵੀ ਇਸ ਵਕਤ ਇਹਨਾਂ ਨੇ ਕਿਉਂ ਗਾਇਆ ਹੈ। ਸੁਨ ਕਲਗੀ ਤਰ ਬਾਕ ਬਖਾਨਾ। ਸੁਣ ਕੇ ਸਤਿਗੁਰੂ ਜੀ ਲੱਗੇ ਕਹਿਣ, ਭਾਈ ਸਾਈਂ ਲੋਕਾ ਸੁਨੀਏ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਓ ਸੁਣਨਾ ਕਰੋ। ਗੁਰ ਅਰ ਸਿੱਖ ਮੈਂ ਭੇਵ ਨ ਜਾਨੀਏ। ਗੁਰ ਤੇ ਸਿੱਖ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਜੀ ਨੇ ਰੱਖਿਆ ਨਹੀਂ ਫਰਕ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਫਰਕ ਨਹੀਂ ਹੈ। ਸਿੱਖ ਤੇ ਗੁਰੂ ਦੇ ਵਿੱਚ ਫਰਕ ਨਹੀਂ ਸਮਝਣਾ। ਸਿੱਖ ਸੇਵਕ ਸਭ ਭਗਤ ਬਿਸਾਲੇ। ਗੁਰੂ ਦੇ ਸਿੱਖ ਸੇਵਕ ਜਿਹੜੇ ਹਨ ਉਹ ਧਾਰਨੀ ਨੇ ਗੁਰੂ ਦੀ ਮੱਤ ਦੇ। ਸਾਸ ਸਾਸ ਕਰ ਤਾਰ ਸੰਭਾਲੇ। ਜਿਹੜੇ ਗੁਰਸਿੱਖ ਜਿਹੜੇ ਹਰ ਵਕਤ ਹਰ ਇੱਕ ਸਵਾਸ ਦੇ ਨਾਲ ਸਿਮਰਨ ਕਰਦੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਹਰ ਵਕਤ ਸਿਮਰਨ ਦੇ ਵਿੱਚ, ਸਿਮਰਨ ਤੋਂ ਬਿਨਾਂ ਕੋਈ ਗੱਲ ਨਹੀਂ। ਵਾਹਿਗੁਰੂ 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 ਦਾ ਰਟਨ ਹਰ ਵਕਤ ਕਰਦੇ ਰਹਿੰਦੇ। ਇਹੀ ਨਿਸ਼ਾਨੀ ਹੈ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਾਰ ਗੁਣ ਸਾਧਹੀ ਆਖ ਵਖਾਣਾ। ਇਹ ਨਿਸ਼ਾਨੀ ਹੈ। ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਆਪਣਾ ਆਪ ਜਣਾ ਦਿੱਤਾ ਨਾ, ਉਹੀ ਜਾਣ ਸਕਦਾ ਹੈ। ਸਾਡੇ ਵਿੱਚ ਜਾਣ ਦੀ ਕੋਈ ਸਮਰੱਥਾ ਨਹੀਂ ਵੀ ਅਸੀਂ ਜਾਣ ਲਈਏ, ਤੂੰ ਜਣਾ ਦੇਵੇਂ। ਉਹਦੀ ਨਿਸ਼ਾਨੀ ਫਿਰ ਕੀ ਦੱਸੀ? ਹਰ ਗੁਣ ਸਾਧਹੀ ਆਖ ਵਖਾਣਾ। ਹਮੇਸ਼ਾ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ, ਸਿਫਤ ਸਲਾਹ ਕਰਦਾ। ਇਹ ਨਿਸ਼ਾਨੀ ਹੈ। ਜਿਹੜੇ ਸਾਈਂ ਲੋਕ ਨੇ, ਪਰਮੇਸ਼ਰ ਦੇ ਭਗਤ, ਗੁਰੂ ਦੇ ਸਿੱਖ। ਤਦਪ ਸਿੱਖਾ ਸਿੱਖੀ ਦੂਰ। ਸਤਿਗੁਰੂ ਜੀ ਕਹਿੰਦੇ ਵੀ ਇਸ ਦੇ ਬਾਵਜੂਦ ਸਿੱਖੀ ਫੇਰ ਵੀ ਦੂਰ ਹੈ। ਦੇਖੋ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਿੱਖੀ ਫੇਰ ਵੀ ਦੂਰ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਕਤ ਇੱਕ ਸਾਖੀ ਆਈ ਸੁੰਨ ਸਮਾਧੀਆਂ ਦੀ। ਸੁੰਨ ਸਮਾਧੀ ਕਹਿੰਦੇ ਵੀ ਸਾਡੇ ਕੰਨ ਨੂੰ, ਸਾਡੇ ਸਰੀਰ ਨੂੰ ਤੂੰ ਕੰਨ ਲਾ ਕੇ ਵੇਖ ਲੈ, ਤੇਰੀ ਤਸੱਲੀ ਹੋ ਜੂ। ਉਹ ਕੰਨ ਲਾ ਕੇ ਸੁਣਦਾ ਤੇ ਉਹਨਾਂ ਨੂੰ ਆਵਾਜ਼ ਆਉਂਦੀ ਵੀ ਜਿਵੇਂ ਸਿਮਰਨ ਚੱਲ ਰਿਹਾ। ਇਸ ਅਵਸਥਾ ਦੇ ਵਿੱਚ ਪਹੁੰਚ ਕੇ ਫੇਰ ਵੀ ਪਰ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠਣ ਦੇ ਯੋਗ ਨਹੀਂ ਰਹੇ। ਕਿਉਂ? ਉਹ ਕਹਿਣਾ ਨਹੀਂ ਮੰਨਦੇ ਕਿ ਸਤਿਗੁਰੂ ਜੀ ਕਹਿੰਦੇ ਵੀ ਸ਼ਾਮਾਂ ਪੈ ਗਈਆਂ ਸੋਦਰ ਦਾ ਪਾਠ ਕਰਨਾ ਹੈ। ਉਹ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਹੀ ਬ੍ਰਹਮ ਗਿਆਨ ਹੋ ਗਿਆ, ਸਾਡੇ ਤਾਂ ਸਵਾਸ ਸਵਾਸ ਸਿਮਰ ਚੱਲਦਾ, ਰੋਮ ਰੋਮ ਸਿਮਰ ਚੱਲਦਾ, ਹੁਣ ਸਾਨੂੰ ਕਿਹੜੀ ਰਹਿ ਰਾਸ ਕਰਨ ਦੀ ਲੋੜ ਪਈ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਪਹੁੰਚ ਕੇ ਵੀ ਉਹ ਸਿੱਖੀ ਤੋਂ ਦੂਰ ਨੇ। ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਨੂੰ ਬੈਠਣ ਨਹੀਂ ਦਿੰਦੇ ਜਿਹੜਾ ਕਹਿਣਾ ਨਹੀਂ ਮੰਨਦਾ, ਬੇਸ਼ੱਕ ਦੀ ਬ੍ਰਹਮ ਗਿਆਨੀ ਉਹ ਹੋਵੇ। ਸਿੱਖੀ ਬੜੀ ਦੂਰ ਹੈ। ਖੰਨਿਓ ਤਿੱਖੀ ਵਾਲੋਂ ਨੀਕੀ ਏਤ ਮਾਰਗ ਜਾਣਾ। ਅਖਵਾਉਣਾ ਸਿੱਖ ਸੌਖਾ, ਬਣਨਾ ਸਿੱਖ ਬੜਾ ਔਖਾ ਹੈ। ਸਤਿਗੁਰੂ ਜੀ ਕਹਿੰਦੇ ਸਾਈਂ ਦੇ ਲੋਕਾਂ, ਰੱਬ ਦੇ ਲੋਕਾਂ, ਸਿੱਖੀ ਫੇਰ ਵੀ ਬੜੀ ਦੂਰ ਪਈ ਹੈ। ਗੁਰ ਕਰੁਣਾ ਤੇ ਪ੍ਰਾਪਤ ਰੂਰ।
ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਹੀ ਸਿੱਖੀ ਦੀ ਪ੍ਰਾਪਤੀ ਹੈ। ਹੱਥ ਜੋੜ ਕੇ ਸਤਿਗੁਰਾਂ ਜੀ ਦੇ ਦਰ ਤੇ ਖੜੇ ਰਹਿਣਾ ਵੀ ਮਹਾਰਾਜ ਕਿਰਪਾ ਕਰ ਦਿਓ, ਬਸ ਇੱਕੋ ਹੀ ਸ਼ਬਦ ਪੱਕਾ ਕਰ ਲਓ, ਇਹਨੇ ਹੀ ਬੇੜਾ ਪਾਰ ਕਰਨਾ, ਮਹਾਰਾਜ ਕਿਰਪਾ। ਬਾਕੀ ਜੋ ਮਰਜ਼ੀ ਲਿਖਾਈ ਜਾਵੋ, ਉਹ ਗੁਰੂ ਜੀ ਨਹੀਂ ਲਿਖਦੇ ਹੈ, ਉਹ ਤਾਂ ਸਾਡੇ ਕੋਲੇ ਲਿਖਿਆ ਹੋਇਆ। ਮੈਂ ਕੀ ਕਰਦਾ ਮੈਨੂੰ ਪਤਾ ਹੈ, ਉਹ ਮੇਰੇ ਕੋਲ ਹੀ ਹੈ। ਜਿਹੜੇ ਸ਼ਬਦ ਕੰਮ ਨਾਲ ਮੈਂ ਜੁੜੀ ਹੈ ਨਾ, ਉਹ ਤਾਂ ਮੇਰਾ ਹੀ ਹੈ, ਮੇਰੇ ਕੋਲ ਹੀ ਹੈ, ਉਹ ਗੁਰੂ ਦੇ ਕੋਲ ਨਹੀਂ ਜਾਂਦਾ ਹੈ। ਸਤਿਗੁਰੂ ਜੀ ਨਹੀਂ ਵੇਖਦੇ ਵੀ ਤੂੰ ਕੀ ਕਰਦਾ, ਕਿ ਕਿੰਨੇ ਕੁ ਪਾਠ ਤੂੰ ਸੁਖਮਨੀ ਸਾਹਿਬ ਦੇ ਕਰਦਾ, ਕਿੰਨੇ ਕੁ ਮੂਲ ਮੰਤਰ, ਕਿੰਨਾ ਕੁ ਜਪ, ਇਹ ਤੈਨੂੰ ਪਤਾ ਹੈ। ਗੁਰੂ ਦਾ ਕੋਈ ਸੰਬੰਧ ਨਹੀਂ, ਤੇਰੇ ਕੀਤੇ ਕੰਮ ਦਾ ਤੈਨੂੰ ਪਤਾ ਹੈ। ਸਤਿਗੁਰਾਂ ਜੀ ਦਾ ਇਹ ਵੇਖਦਾ ਵੀ ਹੱਥ ਜੋੜਦਾ ਕਿ ਨਹੀਂ, ਨਿਭਦਾ ਕਿ ਨਹੀਂ। ਬਸ ਜਦੋਂ ਹੱਥ ਜੁੜ ਗਏ, ਜਦੋਂ ਨਿਭ ਗਿਆ, ਕੰਮ ਬਣ ਜੂਗਾ। ਗੁਰੂ ਜੀ ਨੇ ਨਹੀਂ ਵੇਖਣਾ। ਕੀ ਕਹਿੰਦੇ ਪਾਤਸ਼ਾਹ ਜੀ, ਗੁਣ ਆਵ ਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਕਿ ਨਾ ਮਾਹੀ। ਜਿਨ੍ਹਾਂ ਨੇ ਕਹਿਤਾ ਰੱਖ ਲਿਓ ਦੀਨ ਦਿਆਲ, ਢਹਿ ਪਏ ਦੁਆਰਿਆ। ਮਾਲਕਾ ਤੇਰੇ ਦਰ ਤੇ ਢਹਿ ਪਿਆ ਰੱਖ ਲਿਓ, ਫਿਰ ਨਾ ਉਹਨਾਂ ਦਾ ਗੁਣ ਵੇਖੇ, ਨਾ ਉਹਨਾਂ ਦਾ ਔਗਣ ਵੇਖੇ, ਇੱਕ ਛਿਨ ਦੇ ਵਿੱਚ ਹੀ ਬਖਸ਼ ਲੈਂਦਾ। ਤੋ ਗੁਰੂ ਦੀ ਕਿਰਪਾ ਤੋਂ ਬਿਨਾਂ ਸਿੱਖੀ ਦੀ ਪ੍ਰਾਪਤੀ ਨਹੀਂ ਹੈ। ਵਾਸਤਵ ਦੇ ਵਿੱਚ ਇਉਂ ਕਹੀਏ ਵੀ ਗੁਰੂ ਦੀ ਕਿਰਪਾ ਹੀ ਸਿੱਖੀ ਹੈ। ਇਹ ਸਮਝ ਲਓ ਉਹਨੂੰ ਸੌਖਾ ਵੀ ਗੁਰੂ ਦੀ ਕਿਰਪਾ ਹੀ ਸਿੱਖੀ ਹੈ, ਜਿੱਥੇ ਮਾਣ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ। ਤੋ ਸਤਿਗੁਰੂ ਜੀ ਕਹਿੰਦੇ ਸਿੱਖੀ ਦਾ ਘਰ ਬੜਾ ਦੂਰ ਹੈ ਸਿੱਖਾ, ਤੇ ਇਹ ਆਪਣੇ ਯਤਨ ਕੀਤਿਆਂ ਨਹੀਂ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋਣੀ ਹੈ। ਗੋਪੀ ਚੰਦ ਧਨ ਬੈਰਾਗੀ। ਸਤਿਗੁਰੂ ਜੀ ਕਹਿੰਦੇ ਵੀ ਗੋਪੀ ਚੰਦ ਭਰਤਰੀ ਦੇ ਵੇਲੇ ਹੋਇਆ, ਉਹਦੇ ਵੈਰਾਗ ਦੀ ਗੱਲ ਕੀਤੀ ਗਈ ਹੈ। ਜਿਹੜਾ ਵੈਰਾਗ ਹੈ, ਵੈਰਾਗ ਸੰਸਾਰ ਦੇ ਮੋਹ ਤੋਂ ਮੁਕਤ ਹੋ ਜਾਣਾ ਬੜੀ ਔਖੀ ਗੱਲ ਹੈ। ਬਹੁਤ ਸਾਰੇ ਐਸੇ ਮਿਲ ਜਾਣਗੇ ਵੀ ਠੀਕ ਹੈ ਜੀ ਮੈਂ ਸਾਰਾ ਕੁਝ ਛੱਡੀ ਫਿਰਦਾ। ਛੱਡੀ ਤਾਂ ਕਾਹਨੂੰ ਫਿਰਦਾ, ਕਿਸੇ ਹੋਰ ਨੂੰ ਦੇ ਕੇ ਆ ਗਿਆ ਹੋਣਾ ਵੀ ਤੂੰ ਸਾਂਭ ਕੇ ਰੱਖੀ। ਕਿਉਂਕਿ ਅਸੀਂ ਵੇਖਦੇ ਹਾਂ ਵੀ ਸਾਡੇ ਵਿੱਚ ਜਿਹੜੇ ਵਿਹੰਗਮ ਤੁਰੇ ਫਿਰਦੇ ਨੇ ਨਾ, ਸੰਤ ਬਣ ਕੇ, ਮਹਾਂਪੁਰਸ਼ ਬਣ ਗਏ, ਉਹ ਕਿਤੇ ਨਾ ਕਿਤੇ ਕੋਈ ਭਾਣਜੇ ਦੇ ਮੋਹ 'ਚ, ਕਿਤੇ ਭਤੀਜੇ ਦੇ ਮੋਹ 'ਚ ਫਸਿਆ ਹੋਇਆ ਹੈ। ਡੇਰਾ ਭਤੀਜੇ ਨੂੰ ਸਮਝਾਊਗਾ, ਸੰਭਾਲੂਗਾ ਜਾਂ ਭਾਣਜੇ ਨੂੰ? ਹੁਣ ਹੈ ਤਾਂ ਮੋਹ ਦੇ ਵਿੱਚ ਨੇ, ਮੇਰਾ ਭਤੀਜਾ, ਮੇਰਾ ਭਾਣਜਾ, ਮੇਰਾ ਰਿਸ਼ਤੇਦਾਰ। ਉਹ ਜਦੋਂ ਹੁਣ ਆਪਣੇ ਨੂੰ ਹੀ ਸੰਭਾਲਣਾ ਹੈ, ਫਿਰ ਮੋਹ ਤੋਂ ਕਿੱਥੇ ਮੁਕਤ ਹੋ ਗਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੋਹ ਤੋਂ ਮੁਕਤ ਤਾਂ ਉਹ ਹੈ ਵੀ ਮੈਂ ਕੀ ਲੈਣਾ, ਕੋਈ ਸਾਂਭੇ ਨਾ ਸਾਂਭੇ। ਮੋਹ ਤੋਂ ਮੁਕਤ ਤਾਂ ਉਹ ਹੈ ਵੀ ਮੈਂ ਕੀ ਲੈਣਾ, ਕੋਈ ਸਾਂਭੇ ਨਾ ਸਾਂਭੇ, ਮੈਂ ਕੀ ਲੈਣਾ ਇਸ ਗੱਲ ਤੋਂ। ਪਰ ਜਿਹਨੂੰ ਇਸ ਜਿਉਂਦੇ ਜੀ ਫਿਕਰ ਹੈ ਵੀ ਮੇਰਾ ਡੇਰਾ ਕੌਣ ਸਾਂਭੂਗਾ, ਭਤੀਜਾ ਕਿ ਭਾਣਜਾ, ਫਿਰ ਉਹ ਤਾਂ ਮੋਹ ਦੇ ਵਿੱਚ ਹੀ ਫਸਿਆ ਨਾ। ਇਸ ਲਈ ਕੋਈ ਮੋਹ ਤੋਂ ਮੁਕਤ ਨਹੀਂ ਹੋਇਆ। ਕੋਈ ਕਹਿ ਦੇਵੇ ਜੀ ਮੈਂ ਵੈਰਾਗੀ ਹਾਂ, ਮੈਂ ਤਿਆਗੀ, ਕੋਈ ਨਹੀਂ। ਅਖੀਰ ਦੇ ਉੱਤੇ ਸਤਿਗੁਰਾਂ ਜੀ ਨੇ ਇੱਕ ਬਚਨ ਕਿਹਾ ਕਿ ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਸਤਿਗੁਰੂ ਜੀ ਕਹਿੰਦੇ ਵੀ ਤਿਆਗੀ ਦੱਸੋ ਕੌਣ ਹੈ, ਜਿਹਨੇ ਅਹੰਗ ਭਾਵ ਤਿਆਗਤਾ, ਜਿਹਨੇ ਮੈਂ ਤਿਆਗਤੀ, ਉਹ ਤਿਆਗੀ ਹੈ। ਬਾਕੀ ਘਰ-ਬਾਰ ਰਾਜ ਭਾਗ ਛੱਡਣ ਕਰਕੇ ਕੋਈ ਤਿਆਗੀ ਨਹੀਂ ਹੁੰਦਾ। ਤਿਆਗੀ ਕੌਣ ਹੈ? ਜਿਹਨੇ ਅਹੰਗ ਭਾਵ ਛੱਡਤਾ, ਤੇ ਉਹ ਤਾਂ ਕਿਸੇ ਨੇ ਛੱਡਿਆ ਹੀ ਨਹੀਂ, ਕਿਸੇ ਦਾ ਵੀ ਨਹੀਂ ਗਿਆ ਹੈ, ਤੇ ਨਾ ਹੀ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਜਾਣਾ ਹੈ। ਹਉਮੈ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਾਂਦੀ, ਨਾਮ ਤੋਂ ਬਿਨਾਂ ਨਹੀਂ ਜਾਂਦੀ, ਸਿਮਰਨ ਤੋਂ ਬਿਨਾਂ ਨਹੀਂ ਜਾਂਦੀ। ਸੋ ਸਤਿਗੁਰੂ ਜੀ ਕਹਿੰਦੇ ਵੀ ਭਰਤਰੀ ਦਾ ਇਤਿਹਾਸ ਕੀ ਹੈ ਕਿ ਉਹ ਇੱਕ ਬੈਰਾਗੀ ਹੋਇਆ। ਉਹਨੇ ਆਪਣਾ ਦੇਸ਼, ਖਜ਼ਾਨਾ, ਇਸਤਰੀਆਂ, ਫੌਜਾਂ ਛੱਡੀਆਂ, ਰਾਜ ਭਾਗ ਛੱਡਿਆ, ਤੋ ਛੱਡ ਗਿਆ ਸੀ ਸਾਰਾ ਕੁਝ। 14 ਸੈ ਰਾਣੀ ਜਿਨ ਤਿਆਗੀ। ਉਸ ਵਕਤ ਕਹਿੰਦੇ ਉਹਦੇ ਕੋਲ 1400 ਰਾਣੀਆਂ ਸੀ। ਕਿ ਰਾਜੇ ਮਹਾਰਾਜੇ ਨੂੰ ਇਹੀ ਕੁਝ ਦੱਸਿਆ ਹੋਇਆ ਵੀ ਤੁਸੀਂ ਇਸਤਰੀਆਂ ਲਿਆ ਕੇ ਆਪਣੇ ਘਰੇ ਰੱਖੀ ਜਾਓ, ਇਹੀ ਰਾਜ ਹੁੰਦਾ ਕਿ ਹੋਰ ਕੋਈ ਕੰਮ ਨਾ ਕਰੋ, ਬਸ ਇਹੀ ਰਾਜ ਭਾਗ। 1400 ਰਾਣੀ ਇਕੱਠੀ ਕਰ ਲਈ ਆਪਣੇ ਘਰ ਦੇ ਵਿੱਚ। ਦੀਰਗ ਰਾਜ ਮੋਹ ਜੋ ਮਨ ਕਾ। ਹੁਣ ਬਈ ਇੰਨਾ
ਪਰਿਵਾਰ ਇੰਨੇ ਪਰਿਵਾਰ ਸੰਭਾਲਣੇ, ਉਹਦੇ ਵਾਸਤੇ ਰਾਜ ਭਾਗ ਵੀ ਚਾਹੀਦਾ, ਖਜ਼ਾਨਾ ਵੀ ਚਾਹੀਦਾ, ਉਹਦਾ ਰਾਜ ਵੀ ਵੱਡਾ ਹੀ ਹੋਊਗਾ ਨਾ, ਉਹ ਤਾਂ ਹੀ ਜ਼ਿੰਮੇਵਾਰੀ ਲੈਂਦਾ ਸੀ ਵੀ ਪਾਲ ਲਾਂਗੇ ਸੰਭਾਲ ਲਾਂਗੇ। ਵੱਡਾ ਰਾਜ ਸੀ, ਵੱਡਾ ਖਜ਼ਾਨਾ। ਤੁਰਤ ਤੋਰ ਡਾਰਿਓ ਜਿਮ ਤਿਨਕਾ। ਕਹਿੰਦੇ ਵੀ ਜਦੋਂ ਉਹ ਚੇਲਾ ਬਣ ਗਿਆ ਨਾ ਗੋਰਖਨਾਥ ਦਾ, ਤੇ ਗੋਰਖਨਾਥ ਨੇ ਹੁਣ ਕਹਿਤਾ ਵੀ ਮੈਂ ਤੈਨੂੰ ਘਰੇ ਨਹੀਂ ਜਾਣ ਦਿੰਦਾ, ਇੱਥੇ ਬਾਹਰ ਦੀ ਬਾਹਰ ਮੈਂ ਤੈਨੂੰ ਲੈ ਜਾਣਾ। ਗੋਰਖਨਾਥ ਜਿਹਨੂੰ ਚੇਲਾ ਬਣਾਉਂਦਾ ਸੀ ਨਾ, ਉਹਨੂੰ ਘਰੇ ਨਹੀਂ ਸੀ ਜਾਣ ਦਿੰਦਾ। ਕਿਉਂ ਨਹੀਂ ਸੀ ਜਾਣ ਦਿੰਦਾ? ਇਹ ਆਪ ਵੀ ਘਰੋਂ ਬਾਹਰੋਂ ਨਿਕਲਿਆ ਹੀ ਫਿਰਦਾ ਸੀ, ਗੱਜ ਕੇ ਆਖੋ ਸਤਨਾਮ ਮੈਂ ਸ੍ਰੀ ਵਾਹਿਗੁਰੂ। ਇਹਦਾ ਕਿਹੜੇ ਆਪਣਾ ਘਰ-ਬਾਰ ਹੈਗਾ ਸੀ? ਹੁਣ ਜਿਹੋ ਜਿਹਾ ਆਪ ਸੀ ਉਹ ਜਿਹੇ ਨੇ ਚੇਲੇ ਬਣਾਉਣੇ ਸੀ। ਇਹ ਆਪ ਵੀ ਇਸ ਤਰ੍ਹਾਂ ਹੀ ਤੁਰਿਆ ਫਿਰਦਾ ਸੀ, ਦੂਏ ਨੂੰ ਵੀ ਬਣਾ ਦੇ, ਕਹਿੰਦਾ ਮੇਰੇ ਵਰਗੇ ਬਣ ਜਾਓ, ਮੇਰੇ ਵਰਗੇ ਬਣੋ ਨਾ ਤਾਂ ਕੁਝ ਬਣੋ। ਸੋ ਮੁੜ ਕੇ ਘਰੇ ਨਹੀਂ ਸੀ ਵੜਨ ਦਿੰਦਾ, ਕਹਿੰਦਾ ਹੁਣ ਨਹੀਂ ਘਰੇ ਜਾਣ ਦਿੰਦਾ। ਘਰੇ ਕਿਸ ਤਰ੍ਹਾਂ ਜਾਣ ਦਿੰਦਾ ਸੀ? ਫਿਰ ਉਹਨਾਂ ਦੇ ਹੱਥ ਦੇ ਵਿੱਚ ਠੂਠਾ ਫੜਾ ਦੇਣਾ ਇਹਨੇ, ਕਹਿੰਦਾ ਜੇ ਜਾਣਾ ਮਹਿਲਾਂ ਦੇ ਵਿੱਚ ਜਾ, ਤੇ ਮਹਿਲਾਂ ਦੇ ਵਿੱਚ ਜਾ ਕੇ ਆਵਾਜ਼ ਦੇਣੀ ਹੈ, ਤੇ ਉੱਥੇ ਜਾ ਕੇ ਮਾਂ ਕਹਿ ਕੇ, ਮਾਂ ਭੈਣ ਸਮਝ ਕੇ ਉਹਨਾਂ ਦੇ ਕੋਲੋਂ ਖੈਰ ਪਾ ਕੇ ਲਵਾ। ਚਲੋ ਠੀਕ ਹੈ, ਮਾਂ ਆਪਣੀ ਥਾਂ ਤੇ, ਭੈਣ ਆਪਣੀ ਥਾਂ ਤੇ। ਹੁਣ ਘਰ ਵਾਲੀ ਨੂੰ ਜਾ ਕੇ ਮਾਂ ਭੈਣ ਕਹਿਣਾ ਤਾਂ ਮੁਸ਼ਕਿਲ ਹੈ ਨਾ, ਔਖਾ ਹੀ ਕੰਮ ਹੈ ਨਾ ਇਹ। ਪਰ ਇਹ ਤਾਂ ਕਹਿੰਦੇ ਵੀ ਉਹਨੂੰ ਮਾਂ ਸਮਝਣਾ, ਉਹਨੂੰ ਹੁਣ ਭੈਣ ਸਮਝਣਾ। ਤੇਰੀ ਘਰ ਵਾਲੀ ਰਹੀਓ ਨਹੀਂ ਉਹ ਹੁਣ, ਕਿਉਂਕਿ ਤੂੰ ਜੋਗੀ ਬਣ ਗਿਆ, ਤੂੰ ਨਾਥ ਬਣ ਗਿਆ। ਸੋ ਗੋਰਖਨਾਥ ਕੰਨ 'ਚ ਪਾ ਕੇ ਮੁੰਦਰਾ, ਘਰੇ ਨਹੀਂ ਜਾਣ ਦਿੰਦਾ। ਇਹ ਭਰਥਰੀ ਜਿਹੜਾ, ਇਹ ਗੋਪੀਨਾਥ ਜਿਹੜਾ ਹੈ, ਇਹ ਗੋਰਖਨਾਥ ਦੇ ਧੱਕੇ ਚੜ ਗਿਆ। ਕਿਉਂਕਿ ਗੋਰਖਨਾਥ ਦਾ ਇੱਕ ਆਸ਼ਾ ਸੀ, ਉਹ ਕਹਿੰਦਾ ਸੀ ਵੀ ਜੇ ਮੈਂ ਰਾਜਿਆਂ ਨੂੰ ਜੋਗੀ ਬਣਾਤਾ ਨਾ, ਉਹਦੀ ਜਿਹੜੀ ਪਰਜਾ ਉਹ ਆਪਣੇ ਆਪ ਹੀ ਜੋਗੀ ਬਣ ਜਾਊਗੀ। ਕਿਉਂਕਿ ਲੋਕਾਂ ਦਾ ਸੁਭਾਅ ਹੈ ਵੀ ਜੋ ਬੜੇ ਲੋਕ ਕਰਦੇ ਨੇ, ਛੋਟੇ ਲੋਕ ਉਹਨੂੰ ਵੇਖ ਕੇ ਕਰਨ ਲੱਗ ਜਾਂਦੇ ਨੇ, ਚਾਹੇ ਔਖੇ ਹੀ ਹੋਣ, ਕਰਨਗੇ ਜ਼ਰੂਰ। ਇਸ ਆਸੇ ਨੂੰ ਲੈ ਕੇ ਉਹ ਚੱਲਿਆ ਹੋਇਆ ਸੀ, ਇਸ ਕਰਕੇ ਉਹ ਰਾਜਿਆਂ ਨੂੰ ਜੋਗੀ ਬਣਾਉਂਦਾ ਹੁੰਦਾ ਸੀ। ਤੇ ਉਹਨੇ ਗੋਪੀਨਾਥ ਨੂੰ ਵੀ ਬਣਾ ਦਿੱਤਾ ਜੋਗੀ। ਤਪ ਕਰ ਸਿੱਧ ਭਇਓ ਸਭ ਤਿਆਗਿਓ। ਉਹਨੇ ਸਾਰਾ ਕੁਝ ਤਿਆਗਤਾ, ਛੱਡਤਾ, ਕਿਉਂਕਿ ਹੁਕਮ ਸੀ ਗੁਰੂ ਦਾ ਵੀ ਛੱਡਣਾ ਪੈਣਾ ਬਈ। ਤਪੱਸਿਆ ਲੱਗਿਆ ਕਰਨ, ਜਾ ਕੇ ਫਿਰ ਨਾਥਾਂ ਦੇ ਵਿੱਚ ਉਹ ਸਿੱਧ ਬਣਿਆ, ਉਹ ਆਪਣੇ ਕੰਮ ਦੇ ਵਿੱਚ ਸਫਲ ਹੋਇਆ। ਉਦਰਿਓ ਗੋਰਖ ਕੇ ਪਗ ਲਾਗਿਓ। ਗੋਰਖਨਾਥ ਨੂੰ ਆਪਣਾ ਗੁਰੂ ਬਣਾਇਆ ਤੇ ਉਹਦੇ ਚਰਨੀ ਲੱਗਿਆ। ਉਹਦਾ ਆਸ਼ਾ ਸੀ ਕਿ ਮੈਂ ਇਹਦੇ ਚਰਨੀ ਲੱਗ ਕੇ ਪਾਰ ਹੋ ਜਾਵਾਂਗਾ, ਹੋਵੇ ਜਾਂ ਨਾ ਹੋਵੇ। ਉਹਨੇ ਮੰਨ ਲਿਆ ਕਿ ਮੇਰਾ ਪਾਰ ਉਤਾਰਾ ਹੋ ਜਾਏਗਾ। ਗੱਜ ਬਾਜੀ ਤਨ ਸਿਵਕਾ ਸਿਅੰਦਨ। ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ, ਉਹਨਾਂ ਦੇ ਮਹਿਲਾਂ ਦੇ ਵਿੱਚ ਹਾਥੀ, ਘੋੜੇ, ਫਿਰ ਰਥ, ਸੁੰਦਰ ਚੰਦਰ ਮੁਖੀ ਸੈ ਨੰਦਨ। ਫਿਰ ਉਹਦੇ ਘਰ ਦੇ ਵਿੱਚ ਸੋਹਣੀਆਂ ਮੁਖ ਵਾਲੀਆਂ ਨਾਰੀਆਂ, ਇਸਤਰੀਆਂ ਰੱਖੀਆਂ ਨੇ, ਉਹਨਾਂ ਦੇ ਅੱਗੇ ਪੁੱਤਰ ਹਨ। ਤਜ ਕਰ ਨਹਿਨ ਸੰਭਾਰਨ ਕਰੇ। ਪਰ ਮੁੜ ਕੇ ਫਿਰ ਉਹ ਆਪਣੇ ਰਾਜ ਭਾਗ ਦੇ ਵਿੱਚ ਵਾਪਸ ਆਇਆ ਨਹੀਂ ਹੈ, ਕਿਉਂਕਿ ਗੋਰਖਨਾਥ ਉਸ ਰਸਤੇ ਨਹੀਂ ਸੀ ਜਾਣ ਦਿੰਦਾ ਉਹਨੂੰ, ਜਿਹੜੇ ਪਿੰਡ ਦੇ ਵਿੱਚ ਉਹਨੂੰ ਲੈ ਕੇ ਆਉਂਦਾ ਸੀ। ਤੇ ਫਿਰ ਉਹਦਾ ਨਾਮ ਬਦਲ ਦਿੰਦਾ ਸੀ ਵੀ ਕੋਈ ਨੂੰ ਪਛਾਣ ਨਾ ਲਵੇ ਵੀ ਫਲਾਣਾ ਬੰਦਾ, ਇਹ ਪਛਾਣੇ ਵੀ ਨਾ ਕੋਈ, ਹੋਰ ਹੀ ਨਾਮ ਰੱਖ ਦਿੰਦਾ। ਸੋ ਭਾਈ ਉਹ ਸਾਰਾ ਕੁਝ ਛੱਡ ਕੇ ਚਲਾ ਗਿਆ। ਦ੍ਰਿੜ ਬੈਰਾਗ ਹਿਰਦੇ ਮੋਹ ਤਰੇ। ਐਸਾ ਬੈਰਾਗ ਉਹਨੇ ਆਪਣੇ ਮਨ ਦੇ ਵਿੱਚ ਪੱਕਾ ਕਰਿਆ। ਤੁਮ ਸਭ ਸਿੱਖ ਹਜ਼ੂਰ ਰਹੰਤੇ। ਸਤਿਗੁਰੂ ਜੀ ਕਹਿੰਦੇ ਹੁਣ ਤੂੰ ਆਪਣੇ ਆਪ ਤੇ ਆ ਜਾ। ਇੱਕ ਤਾਂ ਜਿਹਦੇ ਤਾਂ ਤੈਨੂੰ ਇਤਰਾਜ਼ ਹੈ ਉਹਦੀ ਗੱਲ ਸੁਣ ਲੈ, ਹੁਣ ਤੂੰ ਆਪਣੀ ਸੁਣ। ਤੁਸੀਂ ਭਾਈ ਸਾਡੇ ਕੋਲ ਰਹਿੰਦੇ ਹੋ, ਮਨ ਆਪਣੇ ਕੋ ਨੈ ਤੇਰੇ ਅੰਤੇ। ਸਤਿਗੁਰੂ ਜੀ ਕਹਿੰਦੇ ਵੀ ਤੂੰ ਦੱਸ ਵੀ ਤੂੰ ਸਾਡੇ ਕੋਲ ਰਹਿੰਦਾ ਹੈ, ਵੀ ਤੇਰਾ ਮਨ ਟਿਕਾ ਦੇ ਵਿੱਚ ਹੈ। ਹੁਣ ਮਨ ਤਾਂ ਟਿਕਾ ਦੇ ਵਿੱਚ ਹੁੰਦਾ ਨਹੀਂ ਹੈ। ਕਿਸੇ ਦੇ ਵੱਲ ਉਂਗਲ ਕਰਨੀ ਨਾ ਸੌਖੀ ਹੁੰਦੀ ਹੈ, ਜਿਹਦੇ ਮਰਜ਼ੀ ਇਤਰਾਜ਼ ਕਰ ਦਿਓ, ਜਿਹਦੇ ਮਰਜ਼ੀ ਦੋਸ਼ਣ ਲਾ ਦਿਓ, ਇਹ ਬੜਾ ਸੌਖਾ ਜਿਹਾ ਕੰਮ ਹੁੰਦਾ ਹੈ। ਬਿਨਾਂ ਸੋਚੇ ਸਮਝੇ
ਜਦੋਂ ਕਿ ਅਸੀਂ ਹਰ ਇੱਕ ਗੱਲ ਸੁਣ ਕੇ ਕਰਦੇ ਹਾਂ ਤੇ ਸਾਡੇ ਕੋਲ ਸਬੂਤ ਕੋਈ ਨਹੀਂ ਹੁੰਦਾ। ਸਾਨੂੰ ਪੁੱਛੇ ਸਬੂਤ, ਕਹਿੰਦੇ ਸਬੂਤ ਤਾਂ ਕੋਈ ਨਹੀਂ ਹੈ, ਫਿਰ ਉੱਥੇ ਅਸੀਂ ਫਸ ਜਾਂਦੇ ਹਾਂ। ਸੋ ਬਿਨਾਂ ਸਬੂਤ ਤੋਂ ਕੋਈ ਗੱਲ ਕਰਨੀ, ਉਂਝ ਲਾਣੀ, ਕਿਸੇ ਵੱਲ ਉਂਗਲੀ ਕਰਨੀ, ਕਿਸੇ ਨੂੰ ਨੀਵਾਂ ਦਿਖਾਉਣਾ। ਪਾਤਸ਼ਾਹ ਜੀ ਨੇ ਤਾਂ ਸਾਨੂੰ ਕਹਿਤਾ ਵੀ ਕਬੀਰ ਸਭ ਤੇ ਹਾਮ ਬੂਰੇ, ਹਾਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ, ਠੀਕ ਹੈ, ਪਰ ਨਾਲ ਕਹਿੰਦੇ ਬੁਰਾ ਨਹੀਂ ਕੋਏ। ਇਹ ਤਾਂ ਠੀਕ ਹੈ ਵੀ ਆਪਣੇ ਆਪ ਨੂੰ ਕਹਿਣਾ ਵੀ ਠੀਕ ਹੈ ਹਮ ਨਹੀਂ ਚੰਗੇ, ਪਰ ਕਹਿੰਦੇ ਨਾਲ ਦੂਸਰੇ ਨੂੰ ਮਾੜਾ ਵੀ ਨਹੀਂ ਕਹਿਣਾ ਨਾ। ਮੈਂ ਚੰਗਾ ਨਹੀਂ ਆ ਪਰ ਦੂਸਰੇ ਨੂੰ ਵੀ ਮਾੜਾ ਨਹੀਂ ਕਹਿਣਾ। ਅਸੀਂ ਚੋਰੀ ਨਹੀਂ ਕਰਦੇ, ਪਰ ਕਹਿੰਦੇ ਚੋਰ ਨੂੰ ਵੀ ਨਹੀਂ ਕਹਿਣਾ। ਫਿਰ ਐ ਨਹੀਂ ਵੀ ਤੂੰ ਸਾਰਿਆਂ ਨੂੰ ਕਹੀ ਜਾਵੇਂ ਤੂੰ ਚੋਰ ਹੈ, ਮੈਂ ਤਾਂ ਚੋਰੀ ਕਰਦਾ ਨਹੀਂ, ਬਾਕੀ ਸਾਰੇ ਚੋਰ ਨੇ, ਉਹਦੇ ਨਾਲ ਚੰਗਾ ਫਿਰ ਚੋਰਾਂ ਵਿੱਚੋਂ ਸ਼ਾਮਲ ਹੋ ਜਾ। ਐਵੇਂ ਕਹਿੰਨੂੰ ਤੁਰੇ ਫਿਰਦੇ ਵੱਖਰ। ਚੋਰੀ ਨਹੀਂ ਕਰਦਾ ਠੀਕ ਹੈ, ਪਰ ਬਾਕੀ ਸਾਰੇ ਚੋਰ ਨੇ, ਇਹ ਠੀਕ ਨਹੀਂ ਹੈ ਵੀ ਮੈਂ ਚੋਰੀ ਨਹੀਂ ਕਰਦਾ ਬਾਕੀ ਸਾਰੇ ਚੋਰ ਨੇ। ਉੱਥੇ ਫੇਰ ਫਸ ਗਿਆ। ਇਸ ਲਈ ਬੜੀ ਔਖੀ ਖੇਡ ਹੈ ਇਹ ਗੱਲਾਂ ਨਾਲ ਧਰਮ ਨਹੀਂ ਪੁੱਗਦਾ, ਬੜਾ ਔਖਾ ਹੈ। ਤੇ ਸਾਹਿਬ ਜੀ ਕਹਿੰਦੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪਰ ਉਤਾਰਾ ਹੋ ਜਾਊਗਾ ਜੇ ਕਿਸ ਨੂੰ ਮਾੜਾ ਨਾ ਕਹੇ। ਸਤਿਗੁਰੂ ਜੀ ਕਹਿੰਦੇ ਵੀ ਹੁਣ ਤੂੰ ਦੱਸ ਵੀ ਤੇਰੇ ਮਨ ਦੀ ਸਥਿਤੀ ਕੀ ਹੈ, ਕੀ ਤੇਰਾ ਮਨ ਟਿਕਾ ਦੇ ਵਿੱਚ ਹੈ, ਤੇਰੇ ਮਨ ਦੇ ਵਿੱਚ ਕੋਈ ਤਿਆਗ, ਕੋਈ ਵੈਰਾਗ, ਇਹ ਜਿਹੜੇ ਗੁਣ ਗੁਰੂ ਨੇ ਸਿੱਖਾਂ ਨੂੰ ਕਹੇ ਵੀ ਦੇ ਧਾਰਨੀ ਹੋ ਜੋ, ਤੇਰੇ ਅੰਦਰ ਕੋਈ ਗੱਲ ਆਈ ਹੈ? ਹੁਣ ਹੈ ਨਹੀਂ ਅੰਦਰ। ਦੂਸਰੇ ਨੂੰ ਕਹਿਣਾ ਵੀ ਉਹ ਕਿੱਧਰ ਦਾ ਤਿਆਗੀ ਹੈ ਜੀ, ਕਿੱਧਰ ਦਾ ਵੈਰਾਗੀ ਹੈ, ਕੋਈ ਗੱਲ ਨਹੀਂ। ਪਰ ਆਪ ਕੀ ਹੈ? ਆਪ ਕੁਝ ਵੀ ਨਹੀਂ। ਸਾਹਿਬ ਜੀ ਕਹਿੰਦੇ ਹੁਣ ਤੂੰ ਸੁਣਾ ਵੀ ਤੇਰਾ ਮਨ ਟਿਕਾਏ 'ਚ ਹੈ? ਦੱਸ ਦੇ ਭਾਈ ਜੇ ਤੇਰਾ ਮਨ ਟਿਕਿਆ ਹੋਇਆ ਘਰ ਮੈਂ ਨਾਰ ਕੁਸੰਦਰ ਕਾਣੀ। ਦੇਖੋ ਸਤਿਗੁਰੂ ਜੀ ਕਹਿੰਦੇ ਵੀ ਸਾਰਿਆਂ ਨੂੰ ਅਸੀਂ ਕਿਹਾ ਵੀ ਗ੍ਰਸਤੀ ਬਣ ਜੂ। ਗ੍ਰਸਤ ਦੇ ਵਿੱਚ ਦੋ ਜੀ ਨੇ, ਉਹਦੇ ਵਿੱਚ ਸਾਡੀ ਸ਼ਾਦੀ ਹੁੰਦੀ, ਸਿੱਖ ਦੀ ਸ਼ਾਦੀ ਹੁੰਦੀ, ਘਰ ਵਾਲੀ ਜਿਹੋ ਜਿਹੀ ਮਰਜ਼ੀ ਹੋਵੇ, ਘਰ ਵਾਲੀ ਤਾਂ ਘਰ ਵਾਲੀ, ਪਤਨੀ ਤਾਂ ਪਤਨੀ ਹੈ ਨਾ। ਅਸੀਂ ਉਹਦੇ ਰੂਪ ਰੰਗ ਨੂੰ ਥੋੜੀ ਵੇਖਣਾ ਹੁੰਦਾ, ਪਤਨੀ ਪਤਨੀ ਹੈ। ਤੇ ਸਾਹਿਬ ਜੀ ਕਹਿੰਦੇ ਘਰ ਦੇ ਵਿੱਚ ਇਸਤਰੀ ਚਾਹੇ ਸੋਹਣੀ ਹੋਵੇ ਚਾਹੇ ਨਾ ਹੋਵੇ, ਭਲੀ ਰਹਿਤ ਜਿਨ ਏਕ ਨ ਜਾਣੀ। ਇਹ ਸਤਿਗੁਰੂ ਜੀ ਕਹਿੰਦੇ ਵੀ ਉਹਦੀ ਰਹਿਤ ਹੈ, ਉਹਦਾ ਬੋਲਣਾ ਤੇ ਉਹਦਾ ਜਿਹੜਾ ਰਹਿਣਾ ਸਹਿਣਾ ਕਿਸ ਤਰ੍ਹਾਂ ਦਾ, ਉਹ ਚੰਗਾ ਹੈ ਕਿ ਨਹੀਂ, ਪਿਆਰ ਨਾਲ ਬੋਲਦੀ ਹੈ ਕਿ ਨਹੀਂ, ਪਿਆਰ ਨਾਲ ਪਾਣੀ ਫੜਾਉਂਦੀ ਕਿ ਨਹੀਂ ਫੜਾਉਂਦੀ, ਰੋਟੀ ਚੱਜ ਨਾਲ ਬਣਾਉਂਦੀ ਕਿ ਨਹੀਂ। ਅੱਗੇ ਇਹ ਗੁਣ ਹੈ ਉਹਦੇ। ਮਨ ਲਾਗੇ ਉਹ ਤਿਨ ਸੰਗ ਤੁਮਾਰੋ। ਸਤਿਗੁਰੂ ਜੀ ਕਹਿੰਦੇ ਸਿੱਖਾ ਇੱਕ ਗੱਲ ਦੱਸ ਵੀ ਜਿਹੜੀ ਤੇਰੀ ਪਤਨੀ ਹੈ, ਤੇਰਾ ਮਨ ਉਹਦੇ ਨਾਲ ਲੱਗਿਆ ਨਾ। ਹੁਣ ਉੱਥੇ ਜਵਾਬ ਨਹੀਂ ਦੇ ਸਕਦਾ ਵੀ ਨਹੀਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਤਾਂ ਜੁੜਿਆ ਨਾ ਆਪਣੀ ਪਤੀ ਨਾਲ ਪਿਆਰ। ਗੁਰੂ ਜੀ ਦਾ ਆਪਣਾ ਹੁਕਮ ਹੈ, ਨਿਤ ਨਾਰੀ ਕੈ ਸੰਗ ਨਿਤ ਨਿਤ ਨੇ ਵਢਾਈਓ। ਕਲਗੀਧਰ ਆਪ ਪਾਤਸ਼ਾਹ ਜੀ ਕਹਿੰਦੇ ਮੇਰੇ ਪਿਤਾ ਜੀ ਨੇ ਮੈਨੂੰ ਇਹ ਗੱਲ ਕਹੀ ਵੀ ਸੁਪਨੇ ਵਿੱਚ ਵੀ ਪਰਾਈ ਇਸਤਰੀ ਦੇ ਸੇਜ ਤੇ ਨਹੀਂ ਜਾਣਾ, ਆਪਣੀ ਇਸਤਰੀ ਨਾਲ ਨਿਤ ਪ੍ਰੇਮ ਵਧਾਉਣਾ, ਜਿਹੜੀ ਆਪਣੀ ਸ਼ਾਦੀ ਹੋਈ ਪਤਨੀ। ਤੇ ਹੁਣ ਉਹ ਸਤਿਗੁਰੂ ਜੀ ਕਹਿੰਦੇ ਵੀ ਸਿੱਖਾ ਦੱਸ ਤੇਰਾ ਪਿਆਰ ਹੈ ਕਿ ਨਹੀਂ ਘਰ ਵਾਲੀ ਨਾਲ। ਹੁਣ ਉੱਤੇ ਜਵਾਬ ਨਹੀਂ ਦੇ ਸਕਦਾ ਵੀ ਨਹੀਂ ਭਾਈ ਆਪਾਂ ਜੁੜੇ ਹੋਏ ਆ ਆਪਣੇ ਪਰਿਵਾਰਾਂ ਦੇ ਨਾਲ। ਗੁਰ ਘਰ ਤੇ ਤਨ ਲਓ ਵਿਚਾਰੋ। ਸਾਹਿਬ ਜੀ ਕਹਿੰਦੇ ਵੀ ਜਦੋਂ ਤੈਨੂੰ ਗੁਰੂ ਘਰ ਤੋਂ ਤਨਖਾਹ ਮਿਲਦੀ ਹੈ, ਮਹੀਨੇ ਬਾਅਦ 6 ਮਹੀਨੇ ਬਾਅਦ ਮਾਇਆ ਮਿਲਦੀ। ਦੇਖੋ ਇਹ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਕੰਮ ਸ਼ੁਰੂ ਹੋ ਗਿਆ ਸੀ ਕਿ ਜਿਹੜੇ ਭਾਈ ਲੋੜਵੰਦ ਨੇ ਉਹ ਸੇਵਾ ਕਰਕੇ ਉਹਦੇ ਬਦਲੇ 'ਚ ਅਵਜਾਨਾ ਲੈ ਸਕਦੇ ਨੇ। ਲੋੜਵੰਦ ਜਿਨ੍ਹਾਂ ਦਾ ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਤੋਂ ਕੰਮ ਸ਼ੁਰੂ ਹੋਇਆ ਤੇ ਹੁਣ ਤੱਕ ਚੱਲੀ ਜਾਂਦਾ। ਲੋੜਵੰਦ ਮਾਇਆ ਲਵੇ, ਜਿਨ੍ਹਾਂ ਕੋਲ ਭਾਈ ਗੁਜ਼ਾਰਾ ਉਹ ਨਾ ਲਓ, ਉਹ ਸੇਵਾ ਕਰੂ। ਸੋ ਇੱਥੋਂ ਜਦੋਂ ਭਾਈ ਤੁਹਾਨੂੰ ਵਜਾਨਾ ਮਿਲਦਾ ਹੈ, ਮਹੀਨੇ ਬਾਅਦ ਮਿਲੇ,
6 ਮਹੀਨੇ ਬਾਅਦ ਮਿਲੇ। ਸੋ ਲੈ ਕਰ ਪਹੁੰਚੋ ਤਿਨ ਪਾਸ। ਤੁਸੀਂ ਨਾਲ ਹੀ ਕਹਿ ਦਿੰਦੇ ਹੋ ਵੀ ਸਤਿਗੁਰੂ ਜੀ ਹੁਣ ਅਸੀਂ ਘਰੇ ਜਾਣਾ ਹੈ, ਮਾਇਆ ਮਿਲ ਗਈ ਨਾ, ਹੁਣ ਛੁੱਟੀ ਦੇ ਦਿਓ, ਅਸੀਂ ਜਾਣਾ ਘਰੇ। ਕਰ ਬੇਚਾਓ ਬਿਲਾਸ ਆਵਾਸ। ਆਪਣੇ ਘਰੇ ਜਾਂਦੇ ਹੋ, ਤੁਸੀਂ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਾਣਦੇ ਹੋ, ਪੂਰੀਆਂ ਕਰਦੇ ਹੋ। ਗੋਪੀ ਚੰਦ ਰੀਸ ਕੋ ਕੈਸੇ। ਸਤਿਗੁਰੂ ਜੀ ਕਹਿੰਦੇ ਸਿੱਖਾ ਹੁਣ ਤੂੰ ਦੱਸ ਵੀ ਤੂੰ ਰੀਸ ਕਰੇਂਗਾ ਗੋਪੀ ਚੰਦ ਦੀ? ਤੂੰ ਆਪਣੇ ਨਾਲ ਮਿਲਾ ਕੇ ਵੇਖ ਉਹਨੂੰ। ਗੋਪੀ ਚੰਦ ਜਿੱਥੇ ਪਹੁੰਚ ਗਿਆ, ਜੇਕਰ ਤੂੰ ਸਿੱਖ ਬਣ ਕੇ ਵੀ ਉੱਥੇ ਨਹੀਂ ਪਹੁੰਚਿਆ ਤਾਂ ਫਿਰ ਗੋਪੀਨਾਥ ਵੱਲ ਉਂਗਲੀ ਕਰਨ ਦੀ ਲੋੜ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਨਹੀਂ ਪਹੁੰਚਿਆ ਉੱਥੇ, ਜੇ ਅੱਗੇ ਲੰਘਿਆ ਫਿਰ ਗੱਲ ਕਰ, ਅੱਗੇ ਤਾਂ ਨਹੀਂ ਲੰਘਿਆ ਤੂੰ। ਸੋ ਜਿਹੜੇ ਮਨੁੱਖ ਦੀ ਸੁਰਤ ਥੱਲੇ ਹੈ ਉਹਨੇ ਥੱਲੇ ਦੀ ਗੱਲ ਕਰਨੀ, ਜਿਹਦੀ ਸੁਰਤ ਉੱਪਰ ਹੈ ਉਹਨੇ ਉੱਪਰ ਦੀ ਗੱਲ ਕਰਨੀ। ਇਹ ਸਾਡੀ ਸੁਰਤ ਦੱਸ ਦਿੰਦੀ ਬੰਦਾ ਕਿੱਥੋਂ ਦੀ ਗੱਲ ਕਰ ਰਿਹਾ। ਸੁਰਤ ਕਿੱਥੇ ਟਿਕੀ ਹੋਈ? ਸੁਰਤ ਥੱਲੇ ਹੈ, ਉੱਪਰ ਨਹੀਂ ਗਈ। ਹੁਣ ਸੁਰਤ ਥੱਲੇ ਹੈ ਤੇ ਗੱਲਾਂ ਕਰਦਾ ਉੱਪਰ ਦੀਆਂ, ਫਿਰ ਉੱਥੇ ਫਸੂਗਾ ਨਾ। ਤੇ ਸਤਿਗੁਰੂ ਜੀ ਥੋੜੀ ਅੱਗੇ ਜਾਣ ਦਿੰਦੇ ਹਨ। ਤੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਸਾਹਿਬ ਜੀ ਕਹਿੰਦੇ ਗੱਲਾਂ ਸੁਣ ਲੀਆਂ ਵੀ ਕੀੜਿਆਂ ਦੇ ਖੰਭ ਲੱਗਦੇ ਉੱਪਰ ਉੱਡਦੇ। ਉਹ ਥੱਲੇ ਵਾਲਿਆਂ ਨੂੰ ਵੀ ਰੀਸ ਆ ਗਈ, ਹੁਣ ਉਹ ਥੋੜੀ ਉੱਡ ਸਕਦੇ ਨੇ। ਥੱਲੇ ਫਿਰਨ ਵਾਲੇ ਕੀੜੇ ਨਹੀਂ ਉੱਡ ਸਕਦੇ, ਉਹੀ ਕੀੜੇ ਉੱਡ ਸਕਦੇ ਜਿਨ੍ਹਾਂ ਦੇ ਖੰਭ ਨੇ। ਇਹ ਸੁਰਤ ਦਾ ਮਾਰਗ ਉਹਨਾਂ ਵਾਸਤੇ ਹੈ ਜਿਨ੍ਹਾਂ ਦੀ ਸੁਰਤ ਉੱਪਰ ਉੱਠੀ ਹੈ, ਜਿਨ੍ਹਾਂ ਦੀ ਸੁਰਤ ਥੱਲੇ ਫਸੀ ਹੈ। ਉਹ ਉਡਾਰੀਆਂ ਕਦੋਂ ਮਾਰਨਗੇ? ਸਾਹਿਬ ਜੀ ਕਹਿੰਦੇ ਕਰੇਗਾ ਰੀਸ? ਨਹੀਂ ਕਰ ਸਕਦਾ। ਹੁਣ ਸਿਰ ਮਾਰੀ ਜਾਂਦਾ ਸਤਿਗੁਰਾਂ ਜੀ ਦੇ ਸਾਹਮਣੇ, ਗੱਲ ਨਹੀਂ ਆਉਂਦੀ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੁਣਾ ਸਿੱਖਾ ਫਿਰ ਸਹੀ ਗੱਲ ਦੱਸੀ ਤੇ ਗੁਰੂ ਦੇ ਕੋਲ ਝੂਠ ਨਹੀਂ ਜੇ ਬੋਲਣਾ। ਕਹਿੰਦਾ ਮਹਾਰਾਜ ਸਾਰਾ ਹੀ ਸੱਚ ਕਹਿ ਰਹੇ ਹੋ, ਆਪ ਜੀ ਇਸੇ ਤਰ੍ਹਾਂ ਹੀ ਹੈ। ਤੁਮ ਚਾਹਤ ਕਹੀਏ ਬਿਦ ਤੈਸੇ। ਹੁਣ ਸਾਹਿਬ ਜੀ ਕਹਿੰਦੇ ਵੀ ਉਹਨੇ ਜਿੰਨੀਆਂ ਵੀ ਰਾਣੀਆਂ ਸੀ 1400 ਰਾਣੀ ਦਾ ਤਿਆਗ ਕਰਕੇ ਤੁਰ ਗਿਆ ਤੇ ਮੁੜ ਕੇ ਨਹੀਂ ਆਇਆ। ਦੇਖਿਆ ਨਹੀਂ ਉਹਨਾਂ ਵੱਲ ਆ ਕੇ, ਚਾਹੇ ਉਹ ਸੋਹਣੀ ਸੀ, ਚਾਹੇ ਕਸੋਹਣੀ ਸੀ, ਚਾਹੇ ਛੋਟੀ ਉਮਰ ਦੀ, ਵੱਡੀ ਦੀ, ਛੱਡ ਗਿਆ ਤੇ ਚਲਾ ਗਿਆ, ਤਿਆਗ ਗਿਆ। ਤੇ ਭਾਈ ਉਹਦਾ ਗੁਣ ਲਿਓ ਵੀ ਜੇ ਉਹਨੇ ਤਿਆਗ ਕੀਤਾ ਤੇ ਉਹਨੇ ਪੱਕੇ ਤਰ੍ਹਾਂ ਕਰਤਾ, ਮੁੜ ਕੇ ਫਸੇ ਤਾਂ ਆ ਕੇ। ਬਸ ਦ੍ਰਿੜਤਾ ਹੋਣੀ ਚਾਹੀਦੀ ਹੈ। ਜਿਹਦਾ ਧਰਮ ਜਿਹ 'ਚ ਦ੍ਰਿੜਤਾ ਉਹਦਾ ਬੇੜਾ ਪਾਰ ਹੋਣਾ। ਐਸੀ ਦ੍ਰਿੜਤਾ ਬਣਾਉਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਕਿਸੇ ਚੀਜ਼ ਦਾ ਤਿਆਗ ਕਰਨਾ ਤੇ ਕਰ ਦੇਣਾ। ਇਹ ਨਹੀਂ ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਆਪਣੀ ਇਸਤਰੀਆਂ ਨੂੰ ਛੱਡ ਕੇ ਚਲੇ ਜਾਓ, ਐਸਾ ਨਹੀਂ ਹੈ। ਪਰ ਦ੍ਰਿੜਤਾ ਹੋਣੀ ਚਾਹੀਦੀ ਹੈ। ਜੇ ਬੈਰਾਗਵਾਨ ਜਨ ਭਾਰੇ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੀ ਸੰਸਾਰ ਦੇ ਅੰਦਰ ਜਿਹੜੇ ਮਨੁੱਖ ਬੈਰਾਗਮਾਨ ਹੋਏ, ਸਹੀ ਅਰਥਾਂ ਦੇ ਵਿੱਚ, ਦਿਖਾਵੇ ਵਾਲੇ ਨਹੀਂ ਹਨ ਵੀ ਜਿਹੜੇ ਛੱਡ ਕੇ ਤਾਂ ਚਲੇ ਗਏ, ਮਨ ਫੇਰ ਉੱਥੇ ਤੁਰਿਆ ਫਿਰਦਾ, ਉਹ ਨਹੀਂ। ਬੈਰਾਗਮਾਨ ਹੋਏ, ਸੱਚ ਦੇ ਰਸਤੇ ਤੇ ਚੱਲਣ ਵਾਲੇ ਵੀ ਜਦੋਂ ਉਹਨਾਂ ਨੇ ਘਰ-ਬਾਰ ਰਾਜ ਭਾਗ ਛੱਡਤਾ ਤੇ ਛੱਡਤਾ, ਬਸ ਮੁੜ ਕੇ ਨਹੀਂ ਵੇਖਿਆ। ਸੋ ਜਿਹੜੇ ਵੈਰਾਗਮਾਨ ਹੋਏ ਨੇ ਸੰਸਾਰ ਦੇ ਅੰਦਰ, ਸਭ ਕੇ ਸਾਂਝੇ ਗੁਰੂ ਉਦਾਰੇ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਸਾਰਿਆਂ ਦਾ ਸਾਂਝਾ ਹੈ। ਗੁਰੂ ਉਸ ਦਾ ਸਤਿਕਾਰ ਕਰਦਾ ਜਿਹੜਾ ਆਪਣੇ ਧਰਮ ਦੇ ਵਿੱਚ ਦ੍ਰਿੜ ਨਿਸ਼ਚਾ ਰੱਖਦਾ। ਧਰਮ ਜਿਹੜਾ ਉਹ ਦ੍ਰਿੜ ਨਿਸ਼ਚੇ ਤੇ ਖੜੇ ਹੈ। ਬਾਕੀ ਤਾਂ ਬਣਾਏ ਹੋਏ ਤਾਂ ਅਸੀਂ ਹੋਏ ਸਾਰੇ ਆਪੇ ਹੀ ਹੈ, ਪਰ ਜਿਹਦਾ ਦ੍ਰਿੜ ਨਿਸ਼ਚਾ ਉਹਦਾ ਬੇੜਾ ਪਾਰ ਹੋ ਜਾਂਦਾ ਹੈ। ਸੋ ਐਸੇ ਜਿਹੜੇ ਵੈਰਾਗੀ ਪੁਰਸ਼ ਹੋਏ, ਉਹਨਾਂ ਤੋਂ ਸਾਨੂੰ ਸੇਧ ਲੈ ਲੈਣੀ ਚਾਹੀਦੀ। ਕੋਈ ਗੱਲ ਨਹੀਂ, ਕਿਹੜੀ? ਦ੍ਰਿੜਤਾ ਦੀ। ਵੀ ਜੋ ਛੱਡਣਾ ਤੇ ਇੱਕ ਵਾਰੀ ਛੱਡਦਾ ਤੇ ਮੁੜ ਕੇ ਉਹਦੇ ਪਿੱਛੇ ਨਹੀਂ ਜਾਣਾ। ਫਿਰ ਦੁਨੀਆ ਜੋ ਮਰਜ਼ੀ ਕਹੀ ਜਾਵੇ, ਫਿਰ ਉਧਰ ਨਹੀਂ ਆਉਣਾ। ਜੋ ਛੱਡਤਾ ਤੇ ਛੱਡਤਾ। ਤੋ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਸਿੱਖ ਜਿਹੜਾ ਹੈ ਉਹ ਵਿਕਾਰਾਂ ਦਾ ਤਿਆਗ ਕਰੇ। ਵਿਕਾਰਾਂ ਦਾ ਤਿਆਗ ਕਰਤਾ ਤੇ ਮੁੜ ਕੇ ਉਹਦੇ ਮਨ ਦੇ ਵਿੱਚ ਵਿਕਾਰ ਵਾਲੇ ਪਾਸੇ ਖਿਆਲ ਵੀ ਨਹੀਂ ਜਾਣਾ ਚਾਹੀਦਾ। ਐਸੀ ਦ੍ਰਿੜਤਾ, ਇਹ ਸਿੱਖਿਆ ਲੈ ਲੈਣੀ ਚਾਹੀਦੀ
ਜੇ ਕਿਸੇ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ। ਜਿਸ ਬਾਣੀ ਕੋ ਪਠਤ ਸੁਨੰਤੇ। ਸਤਿਗੁਰੂ ਜੀ ਕਹਿੰਦੇ ਭਾਈ ਆਹ ਜਿਹੜੀ ਬਾਣੀ ਹੈ ਨਾ ਸਤਿਗੁਰਾਂ ਜੀ ਦੀ, ਜਿਹਨੂੰ ਆਪਾਂ ਪੜ੍ਹਦੇ ਆ ਸੁਣਦੇ ਆ, ਸ਼ਾਂਤ ਵਿਰਾਗ ਗਿਆਨ ਉਪਜੰਤੇ। ਅੱਛਾ ਜੀ ਕਹਿੰਦੇ ਦੱਸੋ ਵੀ ਇਹ ਬਾਣੀ ਦੇ ਵਿੱਚੋਂ ਸ਼ਾਂਤੀ ਮਿਲਦੀ ਹੈ, ਵੈਰਾਗ ਮਿਲਦਾ ਹੈ, ਗਿਆਨ ਮਿਲਦਾ ਹੈ, ਤਿਆਗ ਦੀ ਭਾਵਨਾ ਪੈਦਾ ਹੁੰਦੀ। ਕੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਗਈਆਂ? ਕੋਈ ਇੱਕ ਚੀਜ਼ ਦੱਸੋ ਵੀ ਜਿਹੜੀ ਤੁਹਾਨੂੰ ਮਿਲ ਗਈ। ਬਾਣੀ ਇਹ ਸਾਰੀਆਂ ਚੀਜ਼ਾਂ ਬਖਸ਼ ਰਹੀ ਹੈ, ਸਿੱਖ ਨੂੰ, ਪੜ੍ਹਨ ਵਾਲੇ ਨੂੰ, ਗਾਉਣ ਵਾਲੇ ਨੂੰ, ਵਿਚਾਰਨ ਵਾਲੇ ਨੂੰ ਦੇ ਰਹੀ ਹੈ। ਠੀਕ ਹੈ, ਤੁਸੀਂ ਨਿਰੋਲ ਬਾਣੀ ਪੜ੍ਹ ਰਹੇ ਹੋ, ਪਰ ਬਾਣੀ ਸ਼ਾਂਤੀ ਦਿੰਦੀ ਹੈ, ਵੈਰਾਗ ਪੈਦਾ ਕਰਦੀ ਹੈ, ਬਾਣੀ ਗਿਆਨ ਬਖਸ਼ਦੀ ਹੈ। ਇਸ ਬਿਦ ਕੀਨ ਜੋ ਸ਼ੁਭ ਮਤ ਬਾਣੀ। ਇਹ ਜੋ ਸਤਿਗੁਰਾਂ ਜੀ ਨੇ ਸ਼ੁਭ ਮਤ ਬਾਣੀ ਦੇ ਰਾਹੀਂ ਸੰਸਾਰ ਨੂੰ ਦੇਣਾ ਕੀਤੀ ਹੈ। ਗੁਰਬਾਣੀ ਕੇ ਲਖੋ ਸਮਾਨੀ। ਇਸ ਕਰਕੇ ਭਾਈ ਗੁਰਬਾਣੀ ਦੇ ਸਮਾਨ ਤਾਂ ਕੋਈ ਵੀ ਬਾਣੀ ਨਹੀਂ ਹੈ। ਗੁਰਬਾਣੀ ਦੇ ਸਮਾਨ ਅਸੀਂ ਗੁਰਬਾਣੀ ਦੇ ਤੁੱਲ ਕਿਸੇ ਨੂੰ ਵੀ ਨਹੀਂ ਕਹਿ ਸਕਦੇ। ਬਾਣੀ ਤਾਂ ਬਾਣੀ ਹੈ, ਪਰ ਜੋ ਕੋਈ ਅਵਤਾਰੀ ਪੁਰਸ਼ ਹੋਏ, ਜੇ ਉਹਨਾਂ ਦੇ ਜੀਵਨ ਦੇ ਵਿੱਚੋਂ ਚੰਗੀ ਚੀਜ਼ ਸਾਨੂੰ ਮਿਲਦੀ ਤਾਂ ਉਹ ਲੈ ਲੈਣੀ ਚਾਹੀਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਣ ਲੈ ਲਓ, ਬਾਕੀ ਬਾਣੀ ਨਾਲ ਹੀ ਜੁੜਨਾ। ਬਾਣੀ ਜੀਵਨ ਦਾ ਆਧਾਰ ਹੈ। ਉਹਨਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਜੇ ਸਾਡੇ ਅੰਦਰ ਕੋਈ ਚਾਅ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ ਤਾਂ ਚੰਗੀ ਗੱਲ ਹੈ। ਸਤਿਪੁਰਸ਼ ਜਿਹੜੇ ਸੱਤ ਦੇ ਮਾਰਗ ਤੇ ਚੱਲਣ ਵਾਲੇ ਨੇ, ਕੌਣ ਕੀ ਸੀ, ਅਸੀਂ ਇਹ ਲੈਣਾ ਦੇਣਾ ਹੈ ਹੀ ਨਹੀਂ ਸਾਡਾ ਉਹਦੇ ਨਾਲ। ਅਸੀਂ ਤਾਂ ਬਸ ਉਹਦੇ ਵਿੱਚ ਇੱਕੋ ਗੁਣ ਲੈਣਾ ਵੀ ਉਹ ਤਿਆਗੀ ਹੈ, ਉਹਨੇ ਤਿਆਗ ਤਾਂ ਸਭ ਕੁਝ ਤੇ ਤਿਆਗਤਾ। ਬਸ ਇਹ ਗੁਣ ਧਾਰਨ ਕਰੀਏ ਵੀ ਜੋ ਛੱਡਤਾ ਤੇ ਫਿਰ ਛੱਡਤਾ, ਮੁੜ ਕੇ ਉਸ ਪਾਸੇ ਵੱਲ ਨਹੀਂ ਜਾਣਾ। ਜਿਵੇਂ ਗੋਪੀ ਚੰਦ ਮੁੜ ਕੇ ਗਿਆ ਹੀ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਤਿਆਗ ਸਾਡੇ ਅੰਦਰ ਹੋਣਾ ਚਾਹੀਦਾ। ਗੁਰਬਾਣੀ ਸਾਨੂੰ ਇਹ ਤਿਆਗ ਦੀ ਦ੍ਰਿੜਤਾ ਕਰਵਾਉਂਦੀ ਹੈ। ਬਾਣੀ ਦੇ ਸਮਾਨ ਕੋਈ ਬਾਣੀ ਨਹੀਂ ਹੈ। ਜਿਸ ਮੈਂ ਪਰਮੇਸ਼ਰ ਜਸ ਕਹਿਓ। ਕਿ ਸਤਿਗੁਰਾਂ ਜੀ ਦੀ ਜਿਹੜੀ ਬਾਣੀ ਹੈ ਨਾ, ਉਹਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਗੁਰਬਾਣੀ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੇ ਗੁਣਾਂ ਦੀ ਗੱਲ ਕਰਦੀ, ਹੋਰ ਕਿਸੇ ਦੀ ਗੱਲ ਨਹੀਂ ਕਰਦੀ ਗੁਰਬਾਣੀ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਰੀਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ, ਕਿਸੇ ਨੂੰ ਖਾਸ ਅਹਿਮੀਅਤ ਨਹੀਂ ਦਿੱਤੀ ਗਈ। ਤੇ ਬਾਣੀ ਨੇ ਸਿਰਫ ਪਰਮਾਤਮਾ ਦੀ ਗੱਲ ਕੀਤੀ ਵੀ ਪਰਮਾਤਮਾ ਦੇ ਨਾਲ ਜੁੜਨਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਏ। ਇਸ ਬਾਣੀ ਦੇ ਸਮਾਨ ਦੂਸਰੀ ਬਾਣੀ ਕੋਈ ਹੈ ਹੀ ਨਹੀਂ। ਪਾਤਸ਼ਾਹ ਜੀ ਨੇ ਕਿਹਾ ਵੀ ਬਾਣੀ ਦੇ ਸਮਾਨ ਕੋਈ ਬਾਣੀ ਨਹੀਂ ਹੈ। ਤੇ ਬਾਣੀ ਦੇ ਵਿੱਚੋਂ ਭਾਈ ਅਸੀਂ ਗੁਣਾਂ ਦੇ ਗਾਹਕ ਬਣਨਾ ਹੈ, ਆਪਣੇ ਜੀਵਨ ਨੂੰ ਉੱਚਾ ਚੁੱਕਣਾ ਹੈ, ਬਾਣੀ ਦੇ ਨਾਲ ਜੁੜਨਾ ਹੈ, ਬਾਣੀ ਨੂੰ ਗਾਉਣਾ ਹੈ। ਸਾਰ ਅਸਾਰ ਵਿਚਾਰਨ ਲਇਓ। ਬਾਣੀ ਵਿੱਚ ਸਤਿਗੁਰਾਂ ਜੀ ਨੇ ਕੀ ਕਹਿਣਾ ਕੀਤਾ? ਦੋ ਪੱਖ ਗੁਰਬਾਣੀ ਨੇ ਸਾਡੇ ਸਾਹਮਣੇ ਰੱਖੇ ਨੇ। ਸ਼ੁਰੂ ਦੇ ਵਿੱਚ ਹੀ ਸਤਿਗੁਰਾਂ ਜੀ ਨੇ ਕਹਿਤਾ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਹੁਣ ਸਚਿਆਰ ਸੱਚ ਤੇ ਕੂੜ ਦੋਵੇਂ ਗੱਲਾਂ ਆ ਗਈਆਂ ਨਾ, ਝੂਠ ਤੇ ਸੱਚ। ਹੁਣ ਦੋਵਾਂ ਨੂੰ ਸਾਹਮਣੇ ਰੱਖ ਕੇ ਸਤਿਗੁਰੂ ਜੀ ਕਹਿੰਦੇ ਵੀ ਸਾਰ ਅਸਾਰ, ਇਹਦੇ ਵਿੱਚ ਸੱਚ ਤੇ ਝੂਠ ਕੀ ਪਿਆ, ਇਹਦੇ ਵਿੱਚ ਚੰਗਾ ਤੇ ਮਾੜਾ ਕੀ ਹੈ, ਦੋਵਾਂ ਨੂੰ ਸਾਹਮਣੇ ਰੱਖਤਾ। ਤੇ ਸਾਹਿਬ ਜੀ ਕਹਿੰਦੇ ਵੀ ਹੁਣ ਤੁਸੀਂ ਦੇਖੋ ਵੀ ਤੁਸੀਂ ਕੀ ਲੈਣਾ। ਤੁਹਾਨੂੰ ਅਸੀਂ ਦੁੱਖ ਬਾਰੇ ਵੀ ਸਮਝਾਤਾ ਤੇ ਸੁੱਖ ਬਾਰੇ ਵੀ ਸਮਝਾਤਾ। ਹੁਣ ਤੁਸੀਂ ਦੱਸੋ ਵੀ ਕਿਹੜੀ ਚੀਜ਼ ਲੈਣੀ। ਅਗਰ ਤੁਸੀਂ ਦੁੱਖ ਪਰ ਹਰ, ਦੁੱਖ ਨੂੰ ਤਿਆਗਦੇ ਹੋ, ਸੁੱਖ ਘਰ ਲੈ ਜਾਏ। ਜੇ ਉਹਨਾਂ ਕਰਮਾਂ ਨੂੰ ਤਿਆਗੋਗੇ ਜਿਹੜੇ ਕਰਮ ਦੁਖਦਾਈ ਨੇ, ਤਾਂ ਜੀਵਨ ਦੇ ਵਿੱਚ ਸੁੱਖ ਤਾਂ ਆਪਣੇ ਆਪ ਹੀ ਆ ਜਾਊਗਾ। ਪਰ ਜੇ ਹੁਣ ਉਹ ਕੰਮ ਜਿਹੜੇ ਦੁਖਦਾਈ ਨੇ, ਜਿਨ੍ਹਾਂ ਕੰਮਾਂ ਤੋਂ ਦੁੱਖ ਪੈਦਾ ਹੁੰਦਾ ਹੈ, ਜੇ ਉਹ ਨਾ ਤਿਆਗੇ ਫਿਰ ਸੁੱਖ ਕਿੱਥੋਂ ਆਊਗਾ? ਤਿਆਗ ਤਾਂ ਕਰਨਾ ਹੈ ਨਾ। ਉਹ ਕਰਮ ਜਿਨ੍ਹਾਂ ਤੋਂ ਜੀਵਨ ਦੇ ਵਿੱਚ ਦੁੱਖ ਪੈਦਾ ਹੁੰਦਾ, ਕਿਉਂਕਿ ਸਾਡੇ ਕਰਮਾਂ ਕਰਕੇ ਹੀ ਦੁੱਖ ਹੈ, ਕਰਮਾਂ ਕਰਕੇ ਹੀ ਸੁੱਖ ਹੈ। ਕਰਮ ਸਾਡੇ ਨੇ, ਜਿਸ ਤਰ੍ਹਾਂ ਦੇ ਕੋਈ ਕਰਦਾ ਹੈ, ਚੰਗਿਆਈਆਂ ਬੁਰਾਈਆਂ, ਵਾਚਾ ਧਰਮ
ਹਦੂਰ। ਉਹ ਧਰਮ ਦੀ ਹਦੂਰੀ ਦੇ ਵਿੱਚ ਵੇਖੇ ਜਾਂਦੇ ਨੇ। ਧਰਮ ਜਿੱਥੇ ਕੋਈ ਵੀ ਕਿਸੇ ਨਾਲ ਨਾ ਤਾਂ ਵਿਤਕਰਾ ਹੁੰਦਾ ਨਾ ਕਿਸੇ ਨਾਲ ਲਿਹਾਜ਼ ਹੁੰਦਾ। ਧਰਮ ਦੀ ਤੱਕੜੀ ਸਹੀ ਤੋਲਦੀ ਹੈ। ਤੇਰਾ ਘਰ ਸਦਾ ਸਦਾ ਹੈ ਨਿਆਉ। ਚੰਗਿਆਈਆਂ ਤੇ ਵਰਿਆਈਆਂ ਧਰਮ ਦੀ ਹਦੂਰੀ ਦੇ ਵਿੱਚ ਬਾਚੀਆਂ ਜਾਂਦੀਆਂ। ਤੇ ਸਾਹਿਬ ਜੀ ਕਹਿੰਦੇ ਹਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਆਪਣੇ ਕਰਮਾਂ ਕਰਕੇ ਅਸੀਂ ਪ੍ਰਮਾਤਮਾ ਦੇ ਨੇੜੇ ਹੁੰਦੇ ਆ ਤੇ ਆਪਣੇ ਕਰਮਾਂ ਕਰਕੇ ਹੀ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਆ। ਪ੍ਰਮਾਤਮਾ ਨਾ ਨੇੜੇ ਹੁੰਦਾ ਨਾ ਦੂਰ ਹੁੰਦਾ। ਉਹ ਆਪਣੀ ਥਾਂ ਤੇ ਉੱਥੇ ਹੀ ਹੈ। ਉਹ ਨਹੀਂ ਹਿੱਲਦਾ ਆਪਣੀ ਥਾਂ ਤੋਂ। ਤੇ ਅਸੀਂ ਆਪਣੇ ਕਰਮਾਂ ਕਰਕੇ ਨੇੜੇ ਚਲੇ ਜਾਈਏ, ਆਪਣੇ ਕਰਮਾਂ ਕਰਕੇ ਦੂਰ ਚਲੇ ਜਾਈਏ। ਕਰਮ ਆਪਣੇ ਨੇ। ਤੋ ਸਤਿਗੁਰਾਂ ਜੀ ਨੇ ਦੋਵੇਂ ਪੱਖ ਸਾਡੇ ਸਾਹਮਣੇ ਰੱਖਤੇ ਕਿ ਸਿੱਖੋ ਹੁਣ ਤੁਸੀਂ ਦੇਖੋ ਵੀ ਕੀ ਕਰਨਾ। ਜਿਵੇਂ ਬਜਾਜੀ ਹੈ ਨਾ, ਉਹ ਸਾਡੇ ਸਾਹਮਣੇ ਸਾਰੇ ਥਾਨ ਖੋਲ ਕੇ ਰੱਖ ਦਿੰਦਾ, ਦੱਸ ਦਿੰਦਾ ਵੀ ਆ ਇਸ ਤਰ੍ਹਾਂ ਦਾ ਕੱਪੜਾ, ਕੁਆਲਿਟੀ ਹੈ ਇਹਦੀ, ਆ ਰੇਟ ਹੈ। ਪਰ ਉਹ ਧੱਕੇ ਨਾਲ ਗਲ ਨਹੀਂ ਪਾਉਂਦਾ ਕਦੇ ਵੀ। ਉਹ ਕਹਿੰਦਾ ਜੀ ਲਿਜਾਣਾ ਨਾ ਲਿਜਾਣਾ ਤੁਹਾਡੀ ਮਰਜ਼ੀ। ਮੇਰਾ ਫਰਜ਼ ਤਾਂ ਦਿਖਾਉਣਾ, ਮੈਂ ਸਾਰੇ ਦਿਖਾਤੇ। ਹੁਣ ਲਿਜਾਣਾ ਤੇ ਨਾ ਲਿਜਾਣਾ ਤੁਹਾਡੀ ਮਰਜ਼ੀ। ਇਸ ਤਰ੍ਹਾਂ ਸਤਿਗੁਰਾਂ ਜੀ ਨੇ ਸੱਤ ਤੇ ਅਸੱਤ ਸਾਡੇ ਸਾਹਮਣੇ ਰੱਖਤੇ ਵੀ ਆਹ ਤਾਂ ਝੂਠ ਹੈ, ਸੱਚ ਹੈ। ਹੁਣ ਇਹ ਤੁਹਾਡੀ ਮਰਜ਼ੀ ਵੀ ਤੁਸੀਂ ਕੀ ਲੈਣਾ ਹੈ। ਪ੍ਰੈਸ ਨਹੀਂ ਸਤਿਗੁਰੂ ਜੀ ਕਰਦੇ ਕਿਸੇ ਨੂੰ ਵੀ ਤੂੰ ਕਿਹੜੀ ਚੀਜ਼ ਲੈਣੀ ਆ, ਤੇਰੀ ਮਰਜ਼ੀ। ਸੋ ਬਾਣੀ ਜਿਹੜੀ ਹੈ ਸਾਰ ਤੇ ਅਸਾਰ, ਸੱਚ ਤੇ ਝੂਠ ਦਾ ਨਿਰਣਾ ਸਾਡੇ ਸਾਹਮਣੇ ਰੱਖਦੀ ਹੈ। ਤਤ ਵਸਤੂ ਨੋ ਅਵਤਾਰਨ ਕੀ ਕਥਾ ਮਾਨੀ। ਸਤਿਗੁਰੂ ਜੀ ਕਹਿੰਦੇ ਵੀ ਜਿਹੜੇ ਅਵਤਾਰੀ ਪੁਰਸ਼ ਹੋਏ ਨੇ, ਜਿਨ੍ਹਾਂ ਨੂੰ ਇਸ ਧਰਤੀ ਤੇ ਅਵਤਾਰ ਕਰਕੇ ਪੂਜਿਆ ਜਾਂਦਾ ਹੈ। ਰਾਮ ਕ੍ਰਿਸ਼ਨ ਆਦਿਕ ਗੁਣ ਖਾਨੀ। ਦੇਖੋ ਰਾਮ ਜੀ ਹੋਏ, ਸ਼੍ਰੀ ਕ੍ਰਿਸ਼ਨ ਜੀ ਹੋਏ ਨੇ, ਲੋਕੀ ਉਹਨਾਂ ਨੂੰ ਮੰਨਦੇ ਨੇ, ਪ੍ਰਮਾਤਮਾ ਕਰਕੇ ਮੰਨ ਰਹੇ ਨੇ। ਤੇ ਸਾਡਾ ਜਿਹੜਾ ਆਸ਼ਾ ਹੈ ਉਹ ਕਿਸੇ ਅਵਤਾਰ ਨੂੰ ਮੰਨਣਾ ਨਹੀਂ ਹੈ। ਕਿਉਂਕਿ ਬਾਦਸ਼ਾਹ ਜੀ ਨੇ ਫਾਇਦਾ ਦਿੱਤਾ ਵੀ ਕੀਸ਼ਨ ਭੀਸ਼ਨ ਕਵੂ ਨਾ ਧਿਆਉ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨਿਓ। ਅਸੀਂ ਤਾਂ ਨਹੀਂ ਕਿਸੇ ਨੂੰ ਮੰਨਦੇ ਅਸੀਂ ਕਿਸੇ ਨੂੰ ਨਹੀਂ। ਲੇਕਿਨ ਸਤਿਕਾਰ ਸ਼ਬਦ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਕਾਰ ਸ਼ਬਦ ਹੈ, ਮੰਨਣਾ ਇੱਕ ਨੂੰ ਹੈ। ਅਕਾਲ ਦੇ ਅਸੀਂ ਪੁਜਾਰੀ ਹੈ, ਸਤਿਕਾਰ ਸਭ ਦਾ, ਹਰ ਇੱਕ ਦਾ ਸਤਿਕਾਰ ਹੈ। ਕਿਉਂਕਿ ਸਾਨੂੰ ਹੁਕਮ ਹੈ ਵੀ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜੋਤ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਹੈ। ਇਸ ਕਰਕੇ ਜੋਤ ਕਰਕੇ ਸਤਿਕਾਰ ਸ਼ਬਦ, ਨਾ ਕਿਸੇ ਦਾ ਜ਼ਿਆਦਾ ਨਾ ਕਿਸੇ ਦਾ ਘੱਟ। ਇਹ ਨਹੀਂ ਹੈ ਇੱਕ ਦਾ ਤਾਂ ਕਰਦੇ ਨਹੀਂ ਹੈ, ਇੱਕ ਦਾ ਕਰਦੇ ਆ, ਨਹੀਂ ਸਾਰਿਆਂ ਦਾ ਕਰੋ, ਸਭ ਦਾ ਕਰੋ। ਕਾਹਦੇ ਕਰਕੇ ਵੀ ਇਹਦੇ ਵਿੱਚ ਪ੍ਰਮਾਤਮਾ ਦੀ ਜੋਤ। ਬਸ ਇੰਨਾ ਕਰਕੇ ਪਰੇ ਹੋ ਜਾਓ। ਬਾਕੀ ਉਸ ਤੋਂ ਬਾਅਦ PhD ਨਹੀਂ ਕਰਨੀ ਹੈ ਉਹਦੇ ਉੱਤੇ, ਫਿਰ ਆਪਾਂ ਉਲਝ ਜਾਾਂਗੇ। ਇਹ ਜਾਣ ਕੇ ਵੀ ਸਭ ਵਿੱਚ ਪ੍ਰਮਾਤਮਾ ਦੀ ਜੋਤ ਹੈ, ਸਭ ਦਾ ਸਤਿਕਾਰ ਕਰਨਾ ਚਾਹੀਦਾ, ਹਰੇਕ ਦਾ ਸਤਿਕਾਰ ਕਰੋ। ਪਰ ਸਾਹਿਬ ਜੀ ਕਹਿੰਦੇ ਮੰਨਣਾ ਅਕਾਲ ਦਾ। ਅਸੀਂ ਅਕਾਲ ਦੇ ਪੁਜਾਰੀ ਹਾਂ। ਜੇ ਅਸੀਂ ਸਤਿਕਾਰ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇਹ ਨਹੀਂ ਮੰਨਣਾ ਵੀ ਸਿੱਖ ਇਹਨਾਂ ਨੂੰ ਮੰਨਦਾ, ਨਹੀਂ, ਮੰਨਣਾ ਨਹੀਂ ਸਾਡਾ ਹੈ। ਸਤਿਕਾਰ ਹੈ ਹਰ ਇੱਕ ਦਾ। ਉਹ ਸਾਨੂੰ ਗੁਰੂ ਨੇ ਸਿਖਾਤਾ ਵੀ ਸਤਿਕਾਰ ਕਰੋ। ਪਾਤਸ਼ਾਹ ਜੀ ਕਹਿੰਦੇ ਭਾਈ ਅਵਤਾਰੀ ਪੁਰਸ਼ ਹੋਏ, ਰਾਮ ਜੀ ਹੋਏ ਤ੍ਰੇਤੇ ਦੇ ਵਿੱਚ, ਕ੍ਰਿਸ਼ਨ ਜੀ ਹੋਏ ਦੁਆਪਰ ਦੇ ਵਿੱਚ, ਸਤਿਗੁਰ ਸ਼੍ਰੀ ਨਾਨਕ ਤੇ ਆਦ। ਸਭ ਤੋਂ ਵੱਧ, ਸਭ ਤੋਂ ਵੱਡੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰ ਜਿਹੜੀ ਸਤਿਗੁਰਾਂ ਜੀ ਦੀ ਪਦਵੀ ਹੈ ਉਹ ਸਾਰੇ ਅਵਤਾਰਾਂ ਤੋਂ ਉੱਪਰ ਹੋਇਆ ਕਰਦੀ। ਕਿਉਂਕਿ ਅਵਤਾਰ ਤਾਂ ਕਿੰਨੇ ਹੀ ਨੇ, ਗਿਣਤੀ ਉਹ ਕੋਈ ਨਹੀਂ ਹੈ। ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਪਤਾ ਨਹੀਂ ਰਾਮ ਜੀ ਦੇ ਕ੍ਰਿਸ਼ਨ ਦੇ ਕਿੰਨੇ ਅਵਤਾਰ ਹੋਏ, ਗਿਣਤੀ ਨਹੀਂ ਹੈ। ਅਸੀਂ ਤਾਂ ਹੀ ਕਹਿੰਦੇ ਵੀ 24 ਅਵਤਾਰ, ਸਭ ਜੀ ਕਹਿੰਦੇ ਗਿਣਤੀ ਕੋਈ ਹੈ ਹੀ ਨਹੀਂ। ਕਿੰਨੇ ਵਾਰੀ ਰਾਮ ਜੀ ਹੋਏ, ਕਿੰਨੇ ਵਾਰੀ ਕ੍ਰਿਸ਼ਨ ਜੀ ਹੋਏ। ਪਰ ਗੁਰੂ ਜੀ ਦੀ ਜਿਹੜੀ ਪਦਵੀ ਹੈ ਉਹ ਮਹਾਨ ਹੈ, ਉੱਚੀ ਹੈ। ਸਤਿਗੁਰੂ ਜੀ ਸਾਰਿਆਂ ਤੋਂ ਵੱਡੇ ਹਨ। ਵਰਣਨ ਕਰਿਓ ਪ੍ਰਸੰਗ ਸੰਵਾਦ। ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਜੋ ਉਹਨਾਂ ਦੇ ਸੰਵਾਦ ਨੇ, ਉਹ ਵਰਣਨ ਕੀਤੇ ਹੋਏ ਮਿਲਦੇ ਨੇ। ਇਸ ਪਰ ਤਰਕ ਕਰੇ ਮਨ ਮੂੜੇ। ਠੀਕ ਹੈ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਦੀ ਲੋੜ ਸੀ ਉਹਨਾਂ ਨੇ ਕਿਹਾ
ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਸਾਹਿਬ ਜੀ ਕਹਿੰਦੇ ਵੀ ਝੂਠਾ ਉਹਦਾ ਵਿਚਾਰ ਨਹੀਂ ਕਰਦਾ, ਪਰ ਉਹਨਾਂ ਨੂੰ ਝੂਠੇ ਨਹੀਂ ਕਹਿਣਾ, ਕਿਉਂਕਿ ਜਿੰਨੇ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਉਹਨਾਂ ਨੇ ਆਪਣਾ ਕੰਮ ਕੀਤਾ ਹੈ। ਤੋ ਸਾਹਿਬ ਜੀ ਕਹਿੰਦੇ ਹਨ ਇਹ ਮੂਰਖਤਾ ਹੈ ਵੀ ਉਹਨਾਂ ਦੇ ਉੱਤੇ ਤਰਕ ਕਰਨਾ, ਉਹਨਾਂ ਨੂੰ ਝੂਠ ਕਹਿਣਾ। ਭੇਦ ਨ ਪਾਏ ਸਕੇ ਗੁਣ ਰੂੜੇ। ਪਰ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦਾ ਅੰਤ ਕੋਈ ਵੀ ਨਹੀਂ ਪਾ ਸਕਿਆ। ਮਾਲਕ ਜਿਹੜਾ ਹੈ ਉਹ ਬੇਅੰਤ ਹੈ। ਸੋ ਨਰਖੈ ਹੈ ਜਮ ਕੀ ਮਾਰ। ਜਿਹੜਾ ਭਾਈ ਇਸ ਤਰ੍ਹਾਂ ਦੇ ਤਰਕ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਨਾ, ਉਹ ਬੰਦਾ ਦੁਖੀ ਰਹਿੰਦਾ ਹੈ। ਜਨਮ ਮਰਨ ਲੈ ਨਿਤ ਹੋਏ ਖਵਾਰ। ਜਨਮ ਮਰਨ ਦੇ ਵਿੱਚ ਪਿਆ ਹੋਇਆ ਖੁਆਰ ਹੁੰਦਾ ਹੈ। ਜਾਂ ਤੇ ਜਿਨ ਸ਼ੁਭ ਬਾਤ ਉਚਾਰੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਂਝ ਕਰੀਜੈ ਗੁਣ ਕੇਰੀ, ਛੋੜ ਆਵਗੁਣ ਚੱਲੀਏ। ਔਗੁਣ ਛੱਡ ਦਿਓ ਪਰ ਗੁਣ ਦੇ ਨਾਲ ਸਾਂਝ ਪਾ ਲਿਓ। ਤੇ ਮਨੁੱਖ ਦੇ ਵਿੱਚ ਗੁਣ ਵੀ ਨੇ ਤੇ ਔਗੁਣ ਵੀ ਨੇ। ਸਾਡੇ ਵਿੱਚ ਔਗੁਣ ਵੀ ਹੈ, ਗੁਣ ਵੀ ਹੈ, ਪਰ ਮੋਹ ਕਰਕੇ ਸਾਨੂੰ ਆਪਣਾ ਔਗੁਣ ਜਿਹੜਾ ਉਹ ਗੁਣ ਲੱਗੀ ਜਾਂਦਾ ਹੈ ਤੇ ਦੂਸਰੇ ਦਾ ਗੁਣ ਵੀ ਸਾਨੂੰ ਔਗੁਣ ਲੱਗੀ ਜਾਂਦਾ ਹੈ। ਇੱਥੇ ਮਨੁੱਖ ਟਿਕਿਆ ਹੈ, ਇੱਥੇ ਫਸਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਗੁਣਾਂ ਦੇ ਨਾਲ ਸਾਂਝ ਪਾਉਣੀ ਹੈ। ਸੁਮਤਵੰਤ ਸਭ ਅੰਗੀਕਾਰੀ। ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਗੁਣਾਂ ਨੂੰ ਅੰਗੀਕਾਰ ਕਰ ਲੈਂਦਾ, ਉਹ ਗੁਣ ਨੂੰ ਧਾਰਨ ਕਰ ਲੈਂਦਾ। ਪਠੇ ਸੁਨੇ ਗੁਰਮਤ ਕੋ ਧਾਰੈ। ਜਿਹਦੇ ਨਾਲ ਗੁਰੂ ਮਤ ਦੀ ਧਾਰ, ਸਾਨੂੰ ਗੁਰਮਤ ਦੇ ਧਾਰਨੀ ਹੋਈਏ। ਜਿਸ ਕਥਾ ਦੇ ਵਿੱਚੋਂ ਸਾਨੂੰ ਗੁਰੂ ਦੀ ਮਤ ਝਲਕਦੀ ਹੈ ਵੀ ਇਹ ਮੇਰੇ ਗੁਰੂ ਦੇ ਅਨੁਸਾਰ ਗੱਲ ਠੀਕ ਹੈ। ਭਵ ਸਾਗਰ ਤੇ ਉਤਰੇ ਪਾਰੈ। ਉਹ ਫਿਰ ਭਵਜਲ ਸੰਸਾਰ ਤੋਂ ਭਾਈ ਪਾਰ ਹੋ ਜਾਇਆ ਕਰਦਾ ਹੈ। ਪਠੇ ਸੁਨੇ ਨੈ ਭਲੋ ਕਮਾਵੇ। ਫਿਰ ਪੜ੍ਹਨਾ ਵੀ ਹੈ ਗੁਰਬਾਣੀ ਨੂੰ, ਵਿਚਾਰਨਾ ਵੀ ਹੈ ਤੇ ਸਭ ਜੀ ਕਹਿੰਦੇ ਅੱਗੇ ਭਾਈ ਕਮਾਉਣਾ ਵੀ ਹੈ। ਜੀਵਨ ਗੁਰਬਾਣੀ ਦੇ ਅਨੁਸਾਰ ਕਰਨਾ ਹੈ। ਸ਼ੁਭ ਬਾਣੀ ਪਰ ਤਰ ਕੇ ਉਠਾਵੇ। ਸਤਿਗੁਰਾਂ ਜੀ ਦੀ ਬਾਣੀ ਸ਼ੁਭ ਹੈ, ਇਸ ਦੇ ਉੱਤੇ ਕਿਸੇ ਤਰ੍ਹਾਂ ਦਾ ਤਰਕ ਕਰਨਾ। ਇਸ ਨਰਕਾ ਹੋਏ ਨਰਕ ਪਿਆਨਾ। ਉਹਦਾ ਨਹੀਂ ਭਾਈ ਫਿਰ ਉਧਾਰ ਹੋਣਾ ਜਿਹੜਾ ਗੁਰਬਾਣੀ ਤੇ ਤਰਕ ਕਰੇ। ਹਾਰ ਜਨਮ ਕੇ ਤਕ ਕਰੇ, ਹਾਰ ਜਨਮ ਕੋ ਪੁਨ ਪਛਤਾਨਾ। ਉਹ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ ਹੈ ਤੇ ਪਛਤਾਉਂਦਾ ਹੈ। ਕਰੇ ਖਾਲਸਾ ਕੇ ਹਿਤ ਬਾਨੀ। ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਭਾਈ ਬਾਣੀ ਰਚਦੇ ਹਾਂ ਖਾਲਸੇ ਦੇ ਲਈ। ਹਮ ਪੀ ਕੇ ਤਤ ਕਰੇ ਬਖਾਨੀ। ਕੁਝ ਅਸੀਂ ਉਚਾਰਨ ਕੀਤੀ ਹੈ, ਕੁਝ ਹੋਰ ਵੀ ਕਰਨੀ ਹੈ। ਸੋ ਹਮ ਪੰਥ ਹੇਤ ਕਰਵਾਵੇ। ਉਹ ਆਪਣੇ ਪੰਥ ਦੀ ਖਾਤਰ ਪਟੇ ਆਪ ਸਭ ਹੂਨ ਸੁਨਾਵੇ। ਸਿੱਖ ਪੰਥ ਆਪ ਪੜੇ ਤੇ ਦੂਸਰਿਆਂ ਨੂੰ ਸੁਣਾਵੇ। ਉਤੇ 52 ਕਵੀ ਗੁਰ ਪਾਸ। 52 ਕਵੀ ਨੇ ਸਤਿਗੁਰਾਂ ਜੀ ਦੇ ਕੋਲ। ਸਭਈ ਬਾਣੀ ਕਰੇ ਪ੍ਰਕਾਸ਼। ਉਹਨਾਂ ਨੂੰ ਫਿਰ ਸਤਿਗੁਰੂ ਜੀ ਸਬਜੈਕਟ ਦਿਆ ਕਰਦੇ ਵੀ ਭਾਈ ਤੂੰ ਆ ਗ੍ਰੰਥ ਦਾ ਉਲੱਥਾ ਕਰਨਾ ਕਵਿਤਾ ਦੇ ਵਿੱਚ। ਕਵੀ ਲੋਕ ਕਵਿਤਾਵਾਂ ਲਿਖਦੇ। ਸਤਿਗੁਰਾਂ ਜੀ ਨੇ ਕਿਸੇ ਵੀ ਗ੍ਰੰਥ ਦਾ ਮੂਲ ਪਾਠ ਨਹੀਂ ਛੇੜਿਆ। ਜਿਹੜਾ ਜਿਸ ਤਰ੍ਹਾਂ ਗ੍ਰੰਥ ਰਚਿਆ ਹੋਇਆ ਉਹਨੂੰ ਉਸੇ ਤਰ੍ਹਾਂ ਹੀ ਕਵਿਤਾ ਦੇ ਰੂਪ ਦੇ ਵਿੱਚ ਰਚਿਆ। ਮੂਲ ਪਾਠ ਨਹੀਂ ਛੇੜਿਆ। ਅਸੀਂ ਛੇੜ ਨਹੀਂ ਸਕਦੇ, ਸਾਨੂੰ ਵੀ ਅਧਿਕਾਰ ਨਹੀਂ। ਅੱਜ ਵੀ ਗਵਰਨਮੈਂਟ ਦਾ ਇਹ ਕਾਨੂੰਨ ਹੈ ਕਿ ਕੋਈ ਲੇਖਕ ਹੈ 60 ਸਾਲ ਤੱਕ ਉਹਦੀ ਲਿਖਤ ਨੂੰ ਛੇੜਿਆ ਨਹੀਂ ਜਾ ਸਕਦਾ। ਤੇ ਸਤਿਗੁਰਾਂ ਜੀ ਨੇ ਮੂਲ ਪਾਠ ਕੋਈ ਨਹੀਂ ਛੇੜਿਆ ਤੇ ਉਹਨਾਂ ਗ੍ਰੰਥਾਂ ਦੇ ਉਲੱਥੇ ਕਵਿਤਾ ਦੇ ਵਿੱਚ ਸਤਿਗੁਰਾਂ ਜੀ ਨੇ 52 ਕਵੀਆਂ ਦੇ ਕੋਲੋਂ ਕਰਵਾਏ। ਨਾਮ ਗ੍ਰੰਥ ਕੋ ਵਿਦਿਆ ਸਾਗਰ। ਇਹ ਸਾਰੀਆਂ ਬਾਣੀਆਂ ਸਤਿਗੁਰਾਂ ਜੀ ਨੇ ਆਪ ਪੜ੍ਹ ਕੇ ਸੁਣ ਕੇ ਇਕੱਤਰ ਕੀਤੀਆਂ ਤੇ ਜਿਹੜਾ ਗ੍ਰੰਥ ਤਿਆਰ ਕਰਵਾਇਆ ਉਹਦਾ ਨਾਮ ਸਤਿਗੁਰਾਂ ਜੀ ਨੇ ਰੱਖਿਆ ਵਿਦਿਆ ਸਾਰ। ਰਾਖਨ ਕੀਨੋ ਸ਼੍ਰੀ ਪ੍ਰਭ ਨਾਗਰ। ਆਪ ਗੁਰੂ ਜੀ ਨੇ ਨਾਮ ਰੱਖਿਆ ਉਸ ਦਾ। ਕਵਿਤਾ ਸਭ ਇਨ ਕੀ ਪਰਖੰਤੇ। ਸਾਰਿਆਂ ਦੀ ਕਵਿਤਾ ਲਿਖੀ ਹੋਈ ਕਵੀਆਂ ਦੀ ਸਤਿਗੁਰੂ ਜੀ ਪਰਖਦੇ। ਜਿਮ ਤਮ ਤਾਰ ਸੋ ਛੰਦ ਬਨੰਤੇ। ਜਿਵੇਂ ਜਿਵੇਂ ਉਹਨਾਂ ਨੇ ਛੰਦਾਂ ਦੇ ਵਿੱਚ ਕਾਵਿ ਦੇ ਵਿੱਚ ਲਿਖਿਆ। ਰੀਜ ਰੀਜ ਦੇ ਮੋਜ ਕਨੇਰੀ। ਫਿਰ ਪਾਤਸ਼ਾਹ ਜੀ ਖੁਸ਼ ਹੋ ਕੇ
ਉਹਨਾਂ ਨੂੰ ਇਨਾਮ ਵੀ ਬਖਸ਼ਦੇ ਕਵੀਆਂ ਨੂੰ। ਲਾਖੋਂ ਦਰਬ ਕਰੋੜਨ ਕੇਰੀ, ਕਰੋੜਾਂ ਦੇ ਵਿੱਚ ਸਤਿਗੁਰਾਂ ਜੀ ਨੇ ਮਾਇਆ ਬਖਸ਼ੀ ਲਖਾਰੀਆਂ ਨੂੰ। ਕਵੀਨ ਕੋ ਆਗੇ ਬਿਰਤਾਂਤ, ਅੱਗੇ ਕਵੀਆਂ ਦਾ ਵਰਤਾਂਤ ਆਉਣਾ ਹੈ ਚੱਲਦੀ ਹੋਈ ਕਥਾ ਦੇ ਵਿੱਚ। ਕਰੇ ਗ੍ਰੰਥ ਮੈਂ ਸਭ ਬਖਿਆਤ, ਕਵੀ ਜਿਹੜੇ ਆਏ ਸਤਿਗੁਰਾਂ ਜੀ ਦੇ ਕੋਲ ਉਹਨਾਂ ਦੇ ਨਾਮ ਲਿਖੇ ਹੋਏ ਹਨ। ਰੁੱਤ ਪਾਈ ਅਬ ਤੀਸਰ ਪੂਰੀ, ਇੱਥੇ ਆ ਕੇ ਰੁੱਤ ਤੀਸਰੀ ਜਿਹੜੀ ਆ ਉਹ ਸਮਾਪਤ ਹੋ ਜਾਂਦੀ ਹੈ। ਸ਼੍ਰੀ ਕਲਗੀਧਰ ਕੀ ਕਥ ਰੂਰੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਕਥਾ ਜੋ ਹੈ। ਪਠੇ ਸੁਨੇ ਉਪਜਾਵੇ ਪ੍ਰੇਮ, ਪੜ੍ਹਨ ਦੇ ਨਾਲ ਸੁਣਨ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਸਤਿਗੁਰ ਬਖਸ਼ੇ ਸ਼ਰੋਤਨ ਛੇਮ, ਤੇ ਗੁਰੂ ਪਾਤਸ਼ਾਹ ਜੀ ਆਪਣੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਸਾਰੀਆਂ ਖੁਸ਼ੀਆਂ ਬਖਸ਼ਦੇ ਹਨ। 10 ਪਾਤਸ਼ਾਹਨ ਚਰਨ ਮਨਾਏ, ਕਵੀ ਸੰਤੋਖ ਸਿੰਘ ਕਾਵੇ ਬਣਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਮੈਂ 10 ਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਸ਼ੁਕਰਾਨਾ ਕਰਦਾ ਸਤਿਗੁਰਾਂ ਜੀ ਦਾ, ਜਿਨ੍ਹਾਂ ਨੇ ਇਹ ਤੀਸਰੀ ਜੋ ਰੁੱਤ ਹੈ ਉਹ ਸਾਡੇ ਕੋਲੋਂ ਸੇਵਾ ਲਈ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਉਹਨਾਂ ਭੁੱਲਾਂ ਲਈ ਦਾਸ ਖਿਮਾਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।